ਅਸੀਂ ਗੱਲਬਾਤ ਕਰਨ ਲਈ ਇਨਵਾਈਟ ਕੀਤਾ ਸੀ ਅੱਜ ਪ੍ਰੋਫੈਸਰ ਮਨਜੀਤ ਸਿੰਘ ਨੂੰ। ਤੁਸੀਂ ਅਕਸਰ ਇਹਨਾਂ ਨੂੰ ਵੱਖ-ਵੱਖ ਟੀਵੀ ਪਲੇਟਫਾਰਮਸ ਦੇ ਉੱਪਰ ਦੇਖਦੇ ਰਹਿੰਦੇ ਹੋ, ਸੁਣਦੇ ਹੋ, ਔਰ ਇਹ ਬੜੀਆਂ ਬੇਬਾਕੀ ਦੇ ਨਾਲ ਆਪਣੀਆਂ ਜਿਹੜੀਆਂ ਟਿੱਪਣੀਆਂ ਨੇ ਕਰਨ ਤੋਂ ਝਿਜਕ ਨਹੀਂ ਰੱਖਦੇ। ਅਸੀਂ ਇਹਨਾਂ ਨਾਲ ਗੱਲ ਕਰਾਂਗੇ ਕਿਉਂਕਿ ਅੱਜ ਸਿੱਖਾਂ ਦੇ ਵਿੱਚ ਇੱਕ ਬੜੀ ਬੇਚੈਨੀ ਚੱਲ ਰਹੀ ਆ ਕਿ ਉਹ ਵਾਰ-ਵਾਰ ਕਹਿ ਰਹੇ ਨੇ ਸਿੱਖ ਆਗੂ ਕਿ ਅਸੀਂ ਗੁਲਾਮ ਆ, ਸਾਨੂੰ ਗੁਲਾਮੀ ਦਾ ਅਹਿਸਾਸ ਕਰਵਾਇਆ ਜਾ ਰਿਹਾ, ਕਿਉਂਕਿ ਉਹਨਾਂ ਦੀ ਇੱਕ ਦਲੀਲ ਵੀ ਵਾਜਬ ਲੱਗਦੀ ਹੈ ਕਿ ਜਿਵੇਂ ਪਾਣੀਆਂ ਦੇ ਉੱਪਰ ਡਾਕੇ ਮਾਰੇ ਗਏ, 1984 ਨਾਲ ਸੰਬੰਧਿਤ ਜਿਹੜੇ ਕੇਸ ਸੀ, ਭਾਵੇਂ ਨਵੰਬਰ ਦਾ ਮਹੀਨਾ ਚੱਲ ਰਿਹਾ, ਉਦੋਂ ਉਹਨਾਂ ਨੂੰ ਕੋਈ ਇਨਸਾਫ ਨਹੀਂ ਮਿਲਿਆ। ਹਾਲਾਂਕਿ ਉੱਥੇ ਕੋਰਟਾਂ, ਅਦਾਲਤਾਂ, ਸਾਰਾ ਕੁਛ ਉੱਥੇ ਸੀ ਦਿੱਲੀ ਦੇ ਵਿੱਚ, ਲੇਕਿਨ ਕੋਈ ਵੀ ਇਨਸਾਫ ਨਾਂ ਦੀ ਚੀਜ਼ ਨਹੀਂ ਮਿਲੀ ਸਿੱਖਾਂ ਨੂੰ। ਇਸ ਕਰਕੇ ਉਹ ਮੰਨਦੇ ਨੇ। ਹੁਣ ਦੂਜੀ ਗੱਲ, ਉਹ ਅੱਜ ਉਹਨਾਂ ਦੀ ਇੱਕ ਡਿਮਾਂਡ ਵੀ ਹੈ ਸਿੱਖਾਂ ਦੀ ਕਿ ਸਾਨੂੰ ਖਾਲਿਸਤਾਨ ਚਾਹੀਦਾ ਹੈ। ਉਹ ਖਾਲਿਸਤਾਨ ਦੀ ਡਿਮਾਂਡ, ਕਿਉਂਕਿ ਉਹ ਵੀ ਕਹਿੰਦੇ ਨੇ ਕਿ ਅਸੀਂ ਜਿਵੇਂ ਖਾਲਸਾ ਰਾਜ ਹੈਗਾ ਸਾਡਾ, ਅਤੇ ਇਸ ਕਰਕੇ ਅਸੀਂ ਅਰਦਾਸ ਵੀ ਕਰਦੇ ਹਾਂ ਰਾਜ ਕਰੇਗਾ ਖਾਲਸਾ, ਅਤੇ ਇਸੇ ਕਰਕੇ ਉਹ ਖਾਲਿਸਤਾਨ ਦੀ ਡਿਮਾਂਡ ਕਰਦੇ ਨੇ। ਲੇਕਿਨ ਬਹੁਤ ਸਾਰੇ ਬੁੱਧੀਜੀਵੀ ਇਹ ਵੀ ਕਹਿੰਦੇ ਨੇ ਕਿ ਖਾਲਸਾ ਰਾਜ ਅਤੇ ਖਾਲਿਸਤਾਨ ਦੋ ਅਲੱਗ-ਅਲੱਗ ਚੀਜ਼ਾਂ ਨੇ। ਇਹ ਕੁਛ ਟੈਕਨੀਕਲ ਚੀਜ਼ਾਂ ਨੇ ਜਿਹੜੀਆਂ ਆਪਾਂ ਪ੍ਰੋਫੈਸਰ ਸਾਹਿਬ ਨਾਲ ਜਾਣਨ ਦੀ ਕੋਸ਼ਿਸ਼ ਕਰਾਂਗੇ। ਸਰ, ਸਭ ਤੋਂ ਪਹਿਲਾਂ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ। ਬਹੁਤ-ਬਹੁਤ ਧੰਨਵਾਦ ਜੀ। ਸਰ, ਮੁੱਦਾ ਜਿਹੜੀ ਸਿੱਖਾਂ ਦੇ ਵਿੱਚ ਬੇਚੈਨੀ ਆ, ਇਹ ਬੇਚੈਨੀ ਕਾਫੀ ਲੰਬੇ ਸਮੇਂ ਤੋਂ ਆ ਰਹੀ ਹੈ ਬਣੀ ਹੋਈ ਉਹਨਾਂ ਦੇ ਵਿੱਚ, ਕਿਉਂਕਿ ਉਹਨਾਂ ਦਾ ਇੱਕ ਬੜਾ ਜਿਹੜੀਆਂ ਗੱਲਾਂ ਨੇ ਅੱਜ ਅੰਮ੍ਰਿਤਪਾਲ ਹੁਣੀ ਵੀ ਬੋਲ ਰਹੇ ਨੇ, ਜਾਂ ਪਹਿਲਾਂ ਭਿੰਡਰਾਂ ਵਾਲੇ ਸੰਤ ਵੀ ਬੋਲਦੇ ਹੁੰਦੇ ਸੀ। ਹੁਣ ਗੱਲ ਖਾਲਿਸਤਾਨ ਦੇ ਉੱਪਰ ਆ ਚੁੱਕੀ ਹੈ ਵੀ ਉਹ ਕਹਿੰਦੇ ਨੇ ਕਿ ਅਸੀਂ ਆਪਣਾ ਦੇਸ਼ ਸਾਨੂੰ ਚਾਹੀਦਾ। ਤਾਂ ਲੇਕਿਨ ਜਿਹੜੇ ਬੁੱਧੀਜੀਵੀ ਦਲੀਲ ਦਿੰਦੇ ਨੇ ਕਿ ਖਾਲਿਸਤਾਨ ਅਤੇ ਖਾਲਸਾ ਰਾਜ ਦੇ ਵਿੱਚ ਕੁਛ ਫਰਕ ਆ। ਸਰ, ਇਹਦੇ ਬਾਰੇ ਕੁਛ ਚਾਨਣਾ ਪਾਓ ਸਾਨੂੰ। ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜੇ ਸਿੱਖ ਜਾਂ ਅੱਜ ਕੱਲ੍ਹ ਅੰਮ੍ਰਿਤਪਾਲ ਸਿੰਘ ਹੁਣੀ ਇੱਕ ਲਗਾਤਾਰ ਆਪਣੇ ਭਾਸ਼ਣਾਂ 'ਚ ਕਹਿ ਰਹੇ ਹੈਗੇ ਕਿ ਸਿੱਖ ਇੱਥੇ ਭਾਰਤ ਦੀ ਸਰਕਾਰ ਦੇ ਗੁਲਾਮ ਹੈਗੇ ਆ। ਅਸਲ ਵਿੱਚ ਉਹਨਾਂ ਦਾ ਇੰਪਲੀਸਿਟ ਮਤਲਬ ਇਹ ਹੁੰਦਾ ਕਿ ਜੇ ਸਿੱਖ ਰਾਜ ਚਾਹੀਦਾ ਜਾਂ ਖਾਲਿਸਤਾਨ ਚਾਹੀਦਾ, ਉਸ ਨੂੰ ਆਜ਼ਾਦੀ ਕਿਹਦੇ ਤੋਂ ਚਾਹੀਦੀ ਆ? ਉਹ ਇੱਕ ਇਸ ਤਰ੍ਹਾਂ ਹਿੰਦੂ ਮੈਜੋਰਿਟੀ ਦੀ ਸਟੇਟ ਜਿਹੜੀ ਉਸ ਕਿਸਮ ਦੀ ਧਾਰਨਾ 'ਚੋਂ ਨਿਕਲਦੀ ਗੱਲ ਆ ਕਿ ਇੱਥੇ ਇੱਕ ਆਲਰੇਡੀ ਜਿਵੇਂ ਕਿ ਹਿੰਦੂ ਰਾਸ਼ਟਰ ਬਣ ਚੁੱਕਾ ਹੋਵੇ, ਕਿਉਂਕਿ ਹਿੰਦੂ ਰਾਸ਼ਟਰ ਆਲਰੇਡੀ ਹੈਗਾ ਜਾਂ ਉਹ ਰਾਸ਼ਟਰਵਾਦੀ ਤਾਕਤਾਂ ਬੜੀਆਂ ਮਜ਼ਬੂਤ ਹੈਗੀਆਂ, ਤਾਂ ਉਹਨਾਂ 'ਚੋਂ ਐਜ਼ ਏ ਰਿਐਕਸ਼ਨ ਉਹਨਾਂ ਨੂੰ ਲੱਗਦਾ ਫਿਰ ਜੇ ਉਹ ਆਪਣਾ ਰਾਸ਼ਟਰ ਬਣਾਉਣਗੇ ਤੇ ਫਿਰ ਸਾਡਾ ਰਾਸ਼ਟਰ ਦਾ ਵੀ ਤੇ ਹੱਕ ਬਣਦਾ। ਇਹਦੇ ਉਲਟ ਵੀ ਹੈਗਾ। ਜੇ ਉਹ ਇਹੋ ਜਿਹੀ ਗੱਲ ਅਜੇ ਨਹੀਂ ਸਿੱਧੇ ਤੌਰ 'ਤੇ ਕਰ ਰਹੇ ਤੇ ਅਸੀਂ ਝੰਡਾ ਚੁੱਕਦੇ ਹਾਂ, ਜਾਂ ਕੋਈ ਕੱਲ੍ਹ ਨੂੰ ਹੋਰ ਘੱਟ ਗਿਣਤੀਆਂ ਜਿਵੇਂ ਇਸਲਾਮਿਕ ਹੈ, ਕ੍ਰਿਸਚੀਅਨ ਹੈ, ਉਹ ਝੰਡਾ ਚੁੱਕਦੀਆਂ ਇਸ ਕਿਸਮ ਦਾ, ਤਾਂ ਕੁਦਰਤੀ ਹੈ ਕਿ ਜਿਹੜਾ ਹਿੰਦੂ ਰਾਸ਼ਟਰਵਾਦੀ ਤਾਕਤਾਂ ਹੋਣਗੀਆਂ ਉਹਨਾਂ ਨੂੰ ਇੱਕ ਹੈਂਡਲ ਮਿਲੂਗਾ ਵੀ ਠੀਕ ਹੈ, ਜੇ ਉਹ ਇੰਝ ਕਹਿੰਦੇ ਆ ਤੇ ਅਸੀਂ ਤੇ ਮੈਜੋਰਿਟੀ 'ਚ, ਸਾਡਾ ਤੇ ਦੇਸ਼ ਹੀ ਹੈ, ਸਾਡਾ ਤੇ ਇੱਕੋ ਹੀ ਦੇਸ਼ ਹੈ, ਉਹ ਇੰਝ ਗੱਲ ਕਰਦੇ ਆ। ਸੋ ਦੇਖੋ, ਜੇ ਭਾਰਤ ਵਿੱਚ ਨਹੀਂ ਹਿੰਦੂ ਰਾਸ਼ਟਰ ਬਣਨਾ, ਹੋਰ ਕਿੱਥੇ ਬਣਨਾ? ਹੋਰ ਪਾਕਿਸਤਾਨ 'ਚ ਬਣਨਾ, ਹੋਰ ਸ਼੍ਰੀਲੰਕਾ 'ਚ ਬਣਨਾ? ਇਹੋ ਜਿਹੀਆਂ ਗੱਲਾਂ ਉਹ ਕਰਦੇ ਆ। ਆਪਾਂ ਨੂੰ ਚਾਹੀਦਾ ਇਹ ਹੈ, ਪਹਿਲੀ ਗੱਲ ਤੇ ਮੈਂ ਇਸ ਗੱਲ ਨੂੰ ਕਨਕਲੂਡ ਕਰਨ ਲਈ ਕਹੂੰਗਾ ਕਿ ਉਹ ਸਮਾਂ ਬਦਲ ਗਿਆ ਜਦੋਂ ਰਜਵਾੜਾ ਛਾਈ ਸੀ। ਰਣਜੀਤ ਸਿੰਘ ਦਾ ਰਾਜ ਇੱਕ ਰਜਵਾੜਾ ਸੀ। ਉਹ ਤੇ ਨਿਜ਼ਾਮ ਹੈਦਰਾਬਾਦ ਬੜਾ ਤਕੜਾ ਇੱਕ ਇਸਲਾਮਿਕ ਸਟੇਟ ਸੀਗੀ ਇੰਨੇ ਵੇ। ਫਿਰ ਤੁਹਾਡੇ ਕੋਲ ਜੂਨਾਗੜ੍ਹ ਦਾ ਸੀਗਾ, ਫਿਰ ਕਸ਼ਮੀਰ ਦੇ ਭਾਵੇਂ ਡੋਗਰਿਆਂ ਦਾ ਰਾਜ ਸੀਗਾ, ਪਰ ਉਹ ਮੁਸਲਿਮ ਮੈਜੋਰਿਟੀ ਸਟੇਟ ਪਰ ਉੱਥੇ ਜਿਵੇਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਬੈਸਟ ਜਿਹੜਾ ਰਾਜਿਆਂ ਦੇ ਵਿੱਚੋਂ, ਇੱਕ ਰਾਜ ਦੇ ਵਿੱਚੋਂ, ਪ੍ਰਬੰਧ ਦੇ ਵਿੱਚੋਂ ਲਿਆ ਗਿਆ ਦੁਨੀਆ ਦੇ ਇਤਿਹਾਸਕਾਰਾਂ ਨੇ, ਤਾਂ ਫਿਰ ਉਹਨੂੰ ਆਪਾਂ ਰਜਵਾੜਾ ਸ਼ਾਹੀ 'ਚ ਨਹੀਂ ਨਾ ਕਾਊਂਟ ਕਰ ਸਕਦੇ। ਨਹੀਂ, ਹੱਦ ਹੋ ਗਈ ਹੈ। ਸੀਗਾ ਤੇ ਰਾਜਾ ਹੀ, ਉਹ ਕੋਈ ਡੈਮੋਕ੍ਰੇਟਿਕਲੀ ਚੁਣਿਆ ਹੋਇਆ ਬੰਦਾ ਥੋੜ੍ਹੀ ਸੀਗਾ। ਰਜਵਾੜਾ ਸ਼ਾਹੀ ਨੂੰ ਤੁਸੀਂ ਇੰਝ ਨਾ ਸਮਝੋਗੇ। ਰਜਵਾੜਾ ਇੱਕ ਟਰਮ ਆ ਅਕੈਡਮਿਕ, ਜਿਸ ਤਰ੍ਹਾਂ ਅਸੀਂ ਪੜ੍ਹਾਈ ਦੇ ਵਿੱਚ ਕਹਿੰਦੇ ਆ, ਜਿਹੜੇ ਰਾਜੇ ਤਲਵਾਰ ਦੇ ਜ਼ੋਰ ਨਾਲ ਰਾਜ ਕਰਦੇ। ਉੱਥੇ ਕੋਈ ਵੋਟਾਂ ਨਹੀਂ ਪੈਂਦੀਆਂ, ਉੱਥੇ ਕੋਈ ਲੋਕਤੰਤਰ ਨਹੀਂ, ਉੱਥੇ ਸੰਵਿਧਾਨ ਨਹੀਂ। ਹਾਂ, ਜੇ ਰਾਜਾ ਚੰਗਾ ਆ ਤਾਂ ਫਿਰ ਰਾਜ ਚੰਗਾ, ਜੇ ਰਾਜਾ ਮਾੜਾ ਤਾਂ ਰਾਜ ਮਾੜਾ। ਤੇ ਉਹ ਹੈ ਸਾਰਾ ਰਜਵਾੜਾ ਸ਼ਾਹੀ ਹੈ। ਹੁਣ ਜਦੋਂ ਦੁਨੀਆ ਇੰਨੀ ਬਦਲ ਗਈ ਆ 1799 ਦੇ ਫ੍ਰੈਂਚ ਰੈਵੋਲਿਊਸ਼ਨ ਤੋਂ ਬਾਅਦ ਹੁਣ ਤੱਕ, ਕਿੰਨਾ ਆਪਾਂ ਸਫ਼ਰ ਤੈਅ ਕਰ ਲਿਆ। ਸਾਡੇ ਵੀ ਇੱਕ ਸੰਵਿਧਾਨਿਕ ਰਾਜ ਹੈਗਾ ਜਿਹੜਾ ਕਿ 1935-36 ਤੋਂ ਅਸੀਂ ਸ਼ੁਰੂ ਕਰਕੇ ਹੌਲੀ ਹੌਲੀ, ਕਈ ਵਾਰੀ ਪਹਿਲਾਂ ਲਿਮਟਿਡ ਵੋਟਾਂ ਸੀ, ਹੁਣ ਅਸੀਂ ਸਾਰੇ ਹਰ ਜਿਹੜਾ ਨੌਜਵਾਨ ਆ, ਬੀਬੀ ਆ, ਉਹ ਵੋਟ ਪਾਉਂਦੀ ਆ, ਅਡਲਟ ਫਰੈਂਚਾਈਜ਼ ਜਿਹਨੂੰ ਕਹਿੰਦੇ ਆ।
ਹੁਣ ਅਸੀਂ ਫੇਰ ਕਹੀਏ ਕਿ ਸਾਡਾ ਇੱਕ ਅਲੱਗ ਕਿਸਮ ਦਾ ਉਸ ਕਿਸਮ ਦਾ ਰਾਜ ਜਿਹੜਾ ਸਾਡੇ 'ਚ ਸਪਨਾ ਤੇ ਰਣਜੀਤ ਸਿੰਘ ਵਾਲਾ ਹੋਵੇ ਜੀ, ਪਰ ਬੈਠੇ ਅਸੀਂ ਇੱਕ ਹੋਰ ਧਰਾਤਲ ਤੇ ਹੋਈਏ ਜੀ। ਇਹਨਾਂ 'ਚ ਫਰਕ ਕੀ ਹੈ ਸਰ? ਧਰਾਤਲ ਜੀ, ਧਰਾਤਲ ਦਾ ਫਰਕ ਅੱਜ ਦਾ ਦੇਖੋ ਬੜਾ ਸਾਫ਼ ਹੈਗਾ ਕਿ ਹੁਣ ਅਸੀਂ ਇੱਕ ਜੇ ਆਈਡੀਅਲ ਰੂਪ ਅਸੀਂ ਇੱਕ ਦੇਣਾ। ਹੁਣ ਮੇਰੇ ਸਾਹਮਣੇ ਇੱਕੋ ਐਗਜ਼ਾਮਪਲ ਹੈ ਕੇਰਲਾ। ਕੇਰਲਾ ਦਾ ਪੰਚਾਇਤੀ ਰਾਜ ਬੜਾ ਮਜ਼ਬੂਤ ਹੈ ਜੀ, ਉੱਥੇ ਬੜੀਆਂ ਪੰਚਾਇਤਾਂ ਤੇ ਬਿਲਕੁਲ ਇੱਕ ਛੋਟੀ ਜਿਹੀ ਸਰਕਾਰ ਵਾਂਗੂ ਕੰਮ ਕਰਦੀਆਂ ਜੀ। ਉਹਨਾਂ ਦਾ ਵੱਡਾ ਹਿੱਸਾ ਬਜਟ ਦਾ ਸਿੱਧਾ ਟ੍ਰਾਂਸਫਰ ਹੋ ਜਾਂਦਾ। ਸੰਵਿਧਾਨ ਦੇ ਵਿੱਚ ਪ੍ਰੋਵੀਜ਼ਨ ਆ ਪੰਚਾਇਤਾਂ ਨੂੰ, ਔਰ ਡੇਲੀ ਲਿਖਿਆ ਜਾਂਦਾ ਕਿ ਆਹ ਪ੍ਰੋਜੈਕਟ ਇੰਨਾ ਰਹਿ ਗਿਆ, ਇੰਨਾ ਪੈਸਾ ਬਚ ਗਿਆ। ਇਹ ਬਾਹਰ ਬੋਰਡ ਲੱਗਾ ਹੁੰਦਾ ਪੰਚਾਇਤ ਦੇ ਦਫ਼ਤਰ ਤੇ, ਬਕਾਇਦਾ ਦਫ਼ਤਰ ਚੱਲਦਾ। ਉੱਥੇ ਇਕੱਲਾ ਪੰਚਾਇਤਾਂ ਦਾ ਨਹੀਂ, ਪੜ੍ਹਾਈ ਲਿਖਾਈ ਦਾ ਬੜਾ ਸਿਸਟਮ ਠੀਕ ਹੈ। ਲੋਕਾਂ ਦੇ ਵਿੱਚ ਬੌਧਿਕ ਬੁੱਧੀ ਦਾ ਕੰਮ ਜਿੱਥੋਂ ਤੱਕ ਆ, ਜਾਂ ਕਿਤੇ ਰਾਜਨੀਤਿਕ ਚੇਤਨਾ ਦਾ ਸਵਾਲ ਦਾ ਗੱਲ ਆ, ਜਾਂ ਜਿੱਥੇ ਵੀ ਕਿਤੇ ਧਾਰਮਿਕ ਜ਼ਿਆਦਾ ਨਫ਼ਰਤ ਦੇ ਉਛਾਲੇ ਇੱਧਰ ਉੱਧਰ ਆਉਂਦੇ ਰਹਿੰਦੇ, ਉੱਥੇ ਤੁਸੀਂ ਇਹ ਚੀਜ਼ਾਂ ਨਹੀਂ ਦੇਖੋ ਜੀ ਜੀ। ਉਹ ਮੈਂ ਕਹਿੰਦਾ ਕਿ ਜੇ ਉਹ ਸਟੇਟ ਹੈਗੀ ਆ ਤੇ ਉਸੇ ਤਰੀਕੇ ਦੇ ਨਾਲ ਉਸੇ ਹੀ ਪੱਧਰ ਤੇ ਅਸੀਂ ਆਪਣੀ ਸਟੇਟ ਨੂੰ ਕਿਉਂ ਨਹੀਂ ਲਿਜਾ ਸਕੇ ਵੀ ਕੀ ਕਮੀ ਹੈ? ਜੇ ਅਸੀਂ ਚੰਗੇ ਆ ਜੀ ਤਾਂ ਫਿਰ ਜੇ ਅਸੀਂ ਦੂਜਿਆਂ ਨਾਲੋਂ ਵਧੀਆ ਆ, ਜੇ ਅਸੀਂ ਵਾਕਿਆ ਹੀ ਇੱਕ ਆਈਡੀਅਲ ਪੁਰਸ਼ ਦੇ ਤੌਰ ਤੇ, ਇੱਕ ਨਮੂਨੇ ਦੇ ਪੁਰਸ਼ ਦੇ ਤੌਰ ਤੇ ਸੰਸਾਰ ਦੇ ਵਿੱਚ ਤੇ ਦੇਸ਼ ਦੇ ਵਿੱਚ ਸਿੱਖੀ ਨੂੰ ਜਾਂ ਸਿੱਖ ਨੂੰ ਦਿਖਾਉਣਾ ਚਾਹੁੰਦੇ ਆ, ਤਾਂ ਫਿਰ ਸਾਨੂੰ ਜੋ ਸ਼ਕਤੀ ਜਿੰਨੀ ਪਹਿਲਾਂ ਮਿਲੀ ਹੋਈ ਹੈ ਸੰਵਿਧਾਨਿਕ, ਉਹਦੇ 'ਚ ਦੂਜਿਆਂ ਨਾਲੋਂ ਵਧੀਆ ਸਾਨੂੰ ਦਿਖਾਉਣਾ ਪਊਗਾ ਨਾ। ਜੀ ਜੀ ਜੀ। ਇਹ ਜਸਪਾਲ ਤੁਸੀਂ ਆਪ ਦੇਖੋ, ਭਾਵੇਂ ਕਾਂਗਰਸ ਦਾ ਰਾਜ ਰਿਹਾ, ਭਾਵੇਂ ਅਕਾਲੀਆਂ ਦਾ ਰਾਜ ਰਿਹਾ, ਭਾਵੇਂ ਕਿਸੇ ਨੂੰ ਹੋਰ ਨੂੰ ਫੜਾ ਦਿਓ, ਸਿੱਖ ਮੈਜੋਰਿਟੀ ਸਟੇਟ ਹੈ, ਸਿੱਖਾਂ ਦਾ ਹੀ ਰਾਜ ਰਿਹਾ ਹੈ ਤੇ ਸਿੱਖ ਹੀ। ਜੀ ਜੀ। ਹੁਣ ਐਸਜੀਪੀਸੀ ਦਾ ਰੌਲਾ ਦੇਖ ਲਓ। ਐਸਜੀਪੀਸੀ ਹੈ ਤੇ ਧਾਰਮਿਕ ਬਾਡੀ, ਸਿੱਖਾਂ ਦੀ ਬਾਡੀ। ਸਾਰੀਆਂ ਪੋਲੀਟੀਕਲ ਪਾਰਟੀਆਂ ਆਪੋ ਆਪਣੇ ਬੰਦੇ ਅੰਦਰ ਵਾੜਦੀਆਂ ਨਾ। ਜੀ ਜੀ ਜੀ। ਹੈ ਨਾ, ਫਿਰ ਉਹ ਰਾਜਨੀਤੀ ਕਿ ਹੋ ਹੀ ਜਾਂਦੀ ਹੈ। ਕੁਝ ਅਕਾਲੀਆਂ ਦੇ ਬੰਦੇ ਬੈਠੇ ਆ, ਕੁਝ ਕਾਂਗਰਸ ਦੇ ਬੈਠੇ ਆ, ਬੀਜੇਪੀ ਦੇ ਸ਼ਾਇਦ ਨਹੀਂ ਹੋਣਗੇ, ਕੁਝ ਬੀਐਸਪੀ ਦੇ ਵੀ 2-4 ਹੋਣਗੇ, ਹੋਰ ਵੀ ਕਿਸੇ ਦੇ ਹੋਣਗੇ। ਤੁਸੀਂ ਲੜ ਕੇ ਉਹਨਾਂ 'ਚ ਜਾ ਸਕਦੇ। ਇਸੇ ਤਰੀਕੇ ਨਾਲ ਜਦੋਂ ਸਟੇਟਾਂ ਦੀ ਸਰਕਾਰ ਆ, ਜੇ ਚੰਗੇ ਬੰਦੇ ਤੁਸੀਂ ਭੇਜ ਕੇ ਇੱਕ ਨਮੂਨੇ ਦਾ ਰਾਜ ਪੇਸ਼ ਕਰ ਸਕੋ ਤੇ ਸਾਰੀ ਦੁਨੀਆ ਤੁਹਾਡੇ ਤੋਂ ਸਿੱਖਣ ਆਊਗੀ ਤੇ ਉਹ ਲੋਕੀ ਤੁਹਾਨੂੰ ਕਾਪੀ ਕਰਨਗੇ ਤੇ ਤੁਹਾਡਾ ਆਪਣਾ ਸੂਬਾ ਵੀ ਇੱਕ ਖੁਸ਼ਹਾਲ ਹੋਊਗਾ। ਜਦੋਂ ਸਾਡੇ ਕੋਲ ਰਾਜ ਆਉਂਦਾ, ਅਜੇ ਤੇ ਕੋਈ ਬੰਦੂਕਾਂ ਨਹੀਂ ਇਹਦੇ 'ਚ, ਅਜੇ ਤਾਂ ਡੰਡੇ ਦਾ ਰਾਜ ਨਹੀਂ, ਅਜੇ ਤੇ ਕਾਨੂੰਨ ਦਾ ਰਾਜ ਅਸੀਂ ਮੰਨ ਕੇ ਚੱਲਦੇ ਹਾਂ। ਜੇ ਉਹਦੇ 'ਚ ਹੀ ਹਾਲਤ ਦੋਹੀਂ ਹੱਥੀਂ ਜਨਤਾ ਨੂੰ ਲੁੱਟਣ ਦੀ ਐਡੀ ਵੱਡੀ ਹੈ ਤੇ ਜੇ ਕੱਲ੍ਹ ਨੂੰ ਇਹ ਪਤਾ ਲੱਗ ਜੇ ਵੀ ਜਿਹੜਾ ਵੀ ਚੂੰ ਕਰੂਗਾ ਅਸੀਂ ਉਹਦੇ ਚਲਾ ਦਿਆਂਗੇ ਗੋਲੀ, ਜਾਂ ਉਸ ਕਿਸਮ ਦਾ ਅਸੀਂ ਰਾਜ ਪੈਦਾ ਕਰਾਂਗੇ ਜਿੱਥੇ ਜਿਸ ਤਰ੍ਹਾਂ ਹੁਣ ਇਰਾਨ ਦੇ ਵਿੱਚ ਉਹ ਕਿਸ ਤਰੀਕੇ ਨਾਲ ਕਿੰਨੀਆਂ ਵੱਡੀਆਂ ਮੌਤਾਂ ਕਿੰਨੇ ਪੱਧਰ ਤੇ ਹੋਈਆਂ, ਉਹਨਾਂ ਨੇ ਛੋਟੇ ਅਧਿਕਾਰਾਂ ਲਈ, ਹੋਰ ਵੀ ਜਿਹੜੇ ਗਲਫ ਦੇ ਕੰਟਰੀਜ਼ ਆ ਉਹਦੇ ਵਿੱਚ ਛੋਟੇ ਸਿਵਲ ਲਿਬਰਟੀਜ਼ ਲਈ ਜਦੋਂ ਕੋਈ ਕੁਐਸਚਨ ਕਰਦਾ ਤੇ ਵੱਡਾ ਸਟੇਟ ਦਾ ਰਿਐਕਸ਼ਨ ਹੁੰਦਾ। ਕੀ ਅਸੀਂ ਉਸ ਪਾਸੇ ਨੂੰ ਜਾਣਾ? ਮੈਂ ਜਿਹੜਾ ਤੁਹਾਡਾ ਪਹਿਲਾ ਸਵਾਲ ਸੀ ਉਹਦੇ ਨਾਲ ਇਹਨੂੰ ਲਿੰਕ ਕਰਕੇ ਇਸ ਗੱਲ ਨੂੰ ਦੱਸਣਾ ਚਾਹੁੰਦਾ ਜੀ ਕਿ ਖਾਲਸਾ ਰਾਜ ਤੇ ਖਾਲਿਸਤਾਨ ਜੀ, ਉਹਦੇ 'ਚ ਟੈਕਨੀਕਲ ਫਰਕ ਜਿੰਨਾ ਮਰਜ਼ੀ ਪਾਈ ਜਾਓ, ਉਹ ਖਾਲਸੇ ਦੇ ਫਲਸਫੇ ਦੇ ਉੱਤੇ ਇੱਕ ਰਾਜ ਚਾਹੀਦਾ ਜੀ। ਇਹ ਮੰਗਦੇ ਆ ਜਿੱਥੇ ਸਿੱਖਾਂ ਦੀ ਸੋਚ ਦੀ, ਉਹਨਾਂ ਦੇ ਮਾਰਗਦਰਸ਼ਨ ਦੀ, ਜਾਂ ਉਹਨਾਂ ਦੇ ਅਸੂਲਾਂ ਦੀ ਇੱਕ ਭਾਰੂ ਬਹੁ ਗਿਣਤੀ ਹੀ ਨਾ ਹੋਏ, ਉਹਨਾਂ ਦਾ ਬੋਲਬਾਲਾ ਹੋਏ ਇਸ ਕਿਸਮ ਦਾ। ਠੀਕ ਹੈ ਨਾ, ਜਿਸ ਤਰ੍ਹਾਂ ਪਾਕਿਸਤਾਨ ਦੇ ਵਿੱਚ ਆ, ਪਾਕਿਸਤਾਨ ਤੇ ਹੁਣ ਉਹ ਇੱਕ ਮੁਸਲਿਮ ਸਟੇਟ ਹੈ ਹੀ ਹੈ ਨਾ, ਉਹ ਇਸਲਾਮਿਕ ਸਟੇਟ ਆਪਣੇ ਆਪ ਨੂੰ ਕਹਿੰਦੇ ਆ, ਇਰਾਨੀਅਨ ਸਟੇਟ ਅੱਗੇ ਉਹਦੇ ਨਾਲ ਗਾਂ ਇਰਾਕ ਸਾਰੇ ਉਸ ਤਰੀਕੇ ਨਾਲ ਚੱਲਦੇ ਆ। ਜੇ ਇਹ ਇਸਲਾਮਿਕ ਸਟੇਟਾਂ ਹੈਗੀਆਂ ਤੇ ਆਪਾਂ ਇਸੇ ਤਰੀਕੇ ਦੀ ਇੱਕ ਸਿੱਖ ਸਟੇਟ ਚਾਹੁੰਦੇ ਆ ਜੀ। ਉਹ ਕੌਣ ਕੰਟਰੋਲ ਕਰੂਗਾ, ਕਿਵੇਂ ਹੋਊਗੀ, ਉਹਦਾ ਸੰਵਿਧਾਨ ਕੀ ਹੋਊਗਾ, ਉਹਦੀ ਆਰਥਿਕ ਨੀਤੀ ਕੀ ਹੋਊਗੀ, ਉਹਦੇ ਵਿਦੇਸ਼ੀ ਰਿਲੇਸ਼ਨ ਕੀ ਹੋਣਗੇ, ਉਹ ਅਜੇ ਸਾਨੂੰ ਪਤਾ ਨਹੀਂ। ਅਜੇ ਤੇ ਅਸੀਂ ਮੰਗ ਕਰ ਰਹੇ ਹਾਂ ਕਿ ਸਾਨੂੰ ਦੇ ਦਿਓ, ਫਿਰ ਮੇਰੀ ਚਾਲ ਦੇਖ ਲਈ। ਦੂਜੀ ਗੱਲ, ਅਸੀਂ ਉਹ ਮਸਲਿਆਂ ਨੂੰ ਕਦੀ ਐਡਰੈਸ ਨਹੀਂ ਕਰਦੇ ਜਸਪਾਲ ਕਿ ਜਿਹੜੇ ਪੰਜਾਬੀ ਆ, ਐਂਡ ਖਾਸ ਕਰਕੇ ਪੰਜਾਬੀਆਂ 'ਚੋਂ ਸਿੱਖ, ਉਹ ਪੂਰੇ ਦੇਸ਼ 'ਚ ਫੈਲੇ ਹੋਏ ਆ। ਇਕੱਲਾ ਦੇਸ਼ 'ਚ ਹੀ ਨਹੀਂ, ਉਹ ਵਿਦੇਸ਼ਾਂ 'ਚ ਵੀ ਬੜੀ ਵੱਡੀ ਗਿਣਤੀ 'ਚ ਆ। ਯੂਰਪ ਦੇ ਵਿੱਚ ਹੈਗੇ ਆ, ਕੈਨੇਡਾ 'ਚ ਹੈਗੇ, ਅਮਰੀਕਾ 'ਚ ਹੈਗੇ, ਆਸਟ੍ਰੇਲੀਆ, ਨਿਊਜ਼ੀਲੈਂਡ, ਸਾਰੀ ਜਗ੍ਹਾ ਹੈ ਜੀ। ਜੇ ਅਸੀਂ ਇਸ ਤਰੀਕੇ ਨਾਲ ਇਸ ਪਾਸੇ ਨੂੰ ਚੱਲਦੇ ਹਾਂ ਕਿ ਉਹਨਾਂ ਪ੍ਰਤੀ ਸਾਡਾ
ਕੋਈ ਪਾਲਿਸੀ, ਕੋਈ ਰਿਲੇਸ਼ਨ ਕੀ ਹੋਊਗਾ, ਜਾਂ ਉਹਨਾਂ ਦੀ ਰਾਏ ਸਾਡੇ ਬਾਰੇ ਕੀ ਹੈ ਕਿ ਖਾਲਿਸਤਾਨ ਚਾਹੀਦਾ ਜਾਂ ਨਹੀਂ ਚਾਹੀਦਾ, ਜਾਂ ਖਾਲਸਾ ਰਾਜ ਹੋਵੇ ਤੇ ਉਹਦੀ ਰੂਪ ਰੇਖਾ ਕਿਹੋ ਜਿਹੀ ਹੋਏ, ਆਪਾਂ ਕਦੀ ਕੋਈ ਇਹੋ ਜਿਹੀ ਸਲਾਹ ਨਹੀਂ ਲੈਂਦੇ। ਕਦੀ ਕੋਈ ਜਿਹੜੇ ਬਾਹਰ ਵਾਲੇ ਨੇ ਉਹ ਵੀ ਮੋਸਟਲੀ ਮੂਵਮੈਂਟ ਚੱਲਦੀ ਹੈ ਖਾਲਿਸਤਾਨ ਦੀ, ਉਹਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦੇ ਨੇ। ਦੂਜੀ ਗੱਲ, ਜਿਹੜੇ ਇੱਥੇ ਖਾਲਿਸਤਾਨ ਦੇ ਸਮਰਥਕ ਨੇ ਉਹ ਇਹ ਦਲੀਲ ਦਿੰਦੇ ਆ ਕਿ ਪਹਿਲਾਂ ਸਾਨੂੰ ਰਾਜ ਦੇ ਦਿਓ, ਫਿਰ ਅਸੀਂ ਆਪ ਸੁਧਾਰ ਆਪੇ ਕਰ ਲਾਂਗੇ। ਤਾਂ ਕੀ ਇਹ ਪੋਸੀਬਲ ਹੁੰਦਾ ਵੀ ਪਹਿਲਾਂ ਰਾਜ ਮਿਲ ਜੇ ਫਿਰ ਬੰਦਾ ਸੁਧਾਰਿਆ ਜਾਵੇ? ਪਹਿਲਾਂ ਬੰਦੇ ਨੂੰ ਨੌਕਰੀ ਦੇ ਦਿਓ ਫਿਰ ਉਹ ਕਹੇ ਮੈਂ ਪੜ੍ਹ ਲੂੰਗਾ? ਨਹੀਂ, ਇਸ ਤਰ੍ਹਾਂ ਨਹੀਂ ਹੈ। ਇਹ ਤਾਂ ਉਲਟਾ ਹੈਗਾ ਕਿ ਮੈਨੂੰ ਪੈਸਾ ਫੜਾ ਦਿਓ ਫਿਰ ਮੈਂ ਦੱਸੂਗਾ ਵੀ ਖਰਚ ਕਿਵੇਂ ਵਧੀਆ ਤਰੀਕੇ ਨਾਲ ਖਰਚਣਾ। ਰਾਜ ਦਾ ਮਤਲਬ ਸੱਤਾ ਦੇ ਦਿਓ। ਪੈਸਾ ਵੀ ਇੱਕ ਸੱਤਾ ਹੁੰਦੀ ਹੈ ਵੀ ਅਗਲਾ ਤੁਹਾਨੂੰ ਜਦੋਂ ਵੀ ਬੈਂਕ ਫੰਡ ਕਰਦੀ ਹੈ ਜਾਂ ਕੋਈ ਵੀ ਪੈਸਾ, ਪਿਓ ਵੀ ਬੱਚੇ ਨੂੰ ਪੈਸਾ ਦਿੰਦਾ, ਉਹ ਪੁੱਛ ਲੈਂਦਾ ਬੱਚੇ ਪੈਸਾ ਤੇ ਲੈ ਲਾ ਪਰ ਤੂੰ ਕਿੱਥੇ ਖਰਚਣਾ ਮੈਨੂੰ ਦੱਸ ਦੇ। ਉਹ ਕਹੂਗਾ ਜੇ ਇੱਥੇ, ਉਹ ਕਹੂਗਾ ਦੇ ਲੈ ਲਾ। ਜੇ ਕਹੂਗਾ ਮੈਂ ਦੂਜੀ ਜਗ੍ਹਾ ਗਲਤ ਜਗ੍ਹਾ, ਉਹ ਕਹੂਗਾ ਨਾ ਪੈਸਾ ਨਹੀਂ ਹੈਗਾ। ਇਸੇ ਤਰੀਕੇ ਨਾਲ ਜੇ ਸੱਤਾ ਚਾਹੀਦੀ ਹੈ, ਲੋਕਾਂ ਨੂੰ ਇਹ ਕਾਇਲ ਕਰਨਾ ਪਊਗਾ, ਸਮਝਾਉਣਾ ਪਊਗਾ ਕਿ ਉਹ ਰਾਜ ਇਸ ਰਾਜ ਨਾਲੋਂ ਕਿਵੇਂ ਵਧੀਆ ਹੋਊਗਾ। ਪਹਿਲੀ ਗੱਲ ਤੇ ਇਹੀ ਹੈ। ਦੂਜੀ ਜਿਹੜੀ ਉਹਨੂੰ ਤੁਸੀਂ ਖਾਲਸਾ ਰਾਜ ਕਹਿ ਲਓ ਜਾਂ ਖਾਲਿਸਤਾਨ ਕਹਿ ਲਓ, ਉਹਦਾ ਰੂਪ ਰੇਖਾ ਤੇ ਅਲਟੀਮੇਟਲੀ ਉਹਦੀ ਤਸਵੀਰ ਇੱਕੋ ਜਿਹੀ ਹੋਊਗੀ, ਕਿਉਂਕਿ ਕੌਣ ਲੋਕ ਹੋਣਗੇ ਜਿਹੜੇ ਉਹਨੂੰ ਮੈਨੇਜ ਕਰਨਗੇ। ਨਾ ਉਹਦਾ ਕੋਈ ਵੀ ਰੱਖ ਲਓ, ਅਸਲ 'ਚ ਉਹ ਫਿਰ ਜਿਹੜੀਆਂ ਇਹਦੇ ਅੰਦਰ ਘੱਟ ਗਿਣਤੀਆਂ ਤੇ ਬਹੁ ਗਿਣਤੀਆਂ ਹੋਣਗੀਆਂ, ਉਹਦਾ ਵੀ ਇੱਕ ਹਮੇਸ਼ਾ ਚਰਚਾ ਜਾਂ ਇੱਕ ਹਮੇਸ਼ਾ ਅਨਈਵਨ ਰਿਲੇਸ਼ਨ ਬਣਿਆ ਰਹੂਗਾ, ਜਿੰਨਾ ਤੁਸੀਂ ਮਰਜ਼ੀ ਕਹੋ। ਜੇ ਆਪਾਂ ਉਸ ਨੂੰ ਅੱਜ ਦੇ ਯੁੱਗ ਦੇ ਵਿੱਚ ਇਸ ਆਧਾਰ ਤੇ ਰਾਜ ਦੀ ਗੱਲ ਕਰਾਂਗੇ। ਮੇਰਾ ਖਿਆਲ ਸਿੱਖੀ ਦਾ ਜਿਹੜਾ ਅਸਲੀ ਮਾਨੇ ਹੈਗੇ, ਮੈਨੂੰ ਤੇ ਲੱਗਦਾ ਕਿ ਗੁਰੂ ਨਾਨਕ ਦੇਵ ਜੀ ਨੇ ਇਹ ਥੋੜ੍ਹੀ ਦੇਖਿਆ ਸੀਗਾ ਕਿ ਕੌਣ ਕਿੱਥੇ ਬੈਠਾ, ਕੌਣ ਹਿੰਦੀ ਵਾਲਾ, ਕੌਣ ਪਾਰਸੀ, ਕੌਣ ਮੁਸਲਿਮ, ਕੌਣ ਈਸਾਈ, ਹਿੰਦੂ, ਸਾਰੀ ਜਗ੍ਹਾ ਗਏ ਆ। ਔਰ ਉਸੇ ਦੀ ਕਲਮੀਨੇਸ਼ਨ ਆ ਗੁਰੂ ਗੋਬਿੰਦ ਸਿੰਘ ਜੀ ਦੀ 10ਵੇਂ ਗੁਰੂ ਸਾਹਿਬਾਨਾਂ ਨੇ ਸਾਡੀ ਫੌਜ ਬਣਾਈ ਕਿ ਸਾਨੂੰ ਥੋੜ੍ਹਾ ਜਿਹਾ ਇਸ ਫਲਸਫੇ ਨੂੰ ਬਚਾਉਣ ਲਈ, ਜੇ ਕੋਈ ਧਰਮ ਯੁੱਧ ਕਹਿ ਲਓ ਜਾਂ ਸਾਨੂੰ ਕੋਈ ਖਾਲਸਾ ਯੁੱਧ ਦੀ ਵੀ ਲੋੜ ਪੈਂਦੀ ਹੈ ਤਾਂ ਉਹਦੇ ਲਈ ਸਾਨੂੰ ਤਿਆਰ ਰਹਿਣਾ ਚਾਹੀਦਾ। ਔਰ ਉਹਨਾਂ ਨੇ ਜਿੰਨਾ ਵੀ ਉਹ ਤਲਵਾਰ ਚੁੱਕ ਕੇ ਉਸ ਇਨਸਾਫ ਲਈ ਉਹ ਲੜੇ ਵੀ। ਸਰ ਜੀ ਕਰੋ ਗੱਲ ਤੁਸੀਂ। ਹਾਂ, ਇੱਕ ਨਾ ਜਿਵੇਂ ਗੱਲ ਉੱਠਦੀ ਹੈ, ਤੁਸੀਂ ਵੀ ਗੱਲ ਹੁਣੇ ਜ਼ਿਕਰ ਕੀਤਾ ਕਿ ਗੁਰੂ ਨਾਨਕ ਸਾਹਿਬ ਨੇ ਕੁਛ ਨਹੀਂ ਦੇਖਿਆ, ਉਹ ਹਰ ਜਗ੍ਹਾ ਗਏ ਨੇ, ਹਰ ਤਰ੍ਹਾਂ ਦੇ ਬੰਦੇ ਕੋਲ ਗਏ ਨੇ। ਲੇਕਿਨ ਅੱਜ ਇੱਥੇ ਇੱਕ ਵੀ ਗੱਲ ਸਿੱਖਾਂ ਦੇ ਮਨ ਦੇ ਵਿੱਚ ਇੱਕ ਡਰ ਵੀ ਆ, ਡਰ ਹੈ ਜਾਂ ਕੋਈ ਸਿਆਸਤ ਹੈ, ਇਹ ਹੁਣ ਉਹੀ ਬੰਦੇ ਜਾਣ ਸਕਦੇ ਨੇ। ਕਿਉਂਕਿ ਜਿਹੜਾ ਗੱਲ ਅੱਜ ਕੱਲ੍ਹ ਕਹੀ ਜਾਂਦੀ ਹੈ ਕਿ ਇੱਥੇ ਪੰਜਾਬ ਦੇ ਵਿੱਚ ਭਈਏ ਆ ਰਹੇ ਆ, ਉਹ ਪ੍ਰਾਪਰਟੀਆਂ ਖਰੀਦ ਰਹੇ ਨੇ, ਇਹਦੇ ਨਾਲ ਸਾਡਾ ਜਿਹੜਾ ਸੱਭਿਆਚਾਰ ਆ ਉਹ ਖਤਮ ਹੋ ਰਿਹਾ। ਤਾਂ ਇੱਕ ਪਾਸੇ ਤਾਂ ਮਾਨਸਕੀ ਜਾਤ ਵਾਲਾ ਕਨਸੈਪਟ ਆ, ਸਰਬੱਤ ਦੇ ਭਲੇ ਵਾਲਾ ਕਨਸੈਪਟ ਆ, ਦੂਜੇ ਪਾਸੇ ਇੱਥੇ ਭਈਆਂ ਨੂੰ ਨਫ਼ਰਤ ਕਰਨ ਦੀਆਂ ਗੱਲਾਂ ਵੀ ਕਹੀਆਂ ਜਾ ਰਹੀਆਂ, ਉਹਨਾਂ ਦੀ ਸਟੇਟ ਦੇ ਅੰਦਰ ਐਂਟਰੀ ਵੀ ਪਾਬੰਦੀ ਕਰਨ ਦੀ ਵੀ ਜਿਹੜੀਆਂ ਗੱਲਾਂ ਚੱਲ ਰਹੀਆਂ ਨੇ। ਇਹਦੇ ਬਾਰੇ ਤੁਹਾਡਾ ਕੀ ਵਿਚਾਰ ਆ? ਦੇਖੋ, ਮੈਂ ਜਿਨ੍ਹਾਂ ਨੂੰ ਇਹ ਭਈਏ ਕਹਿੰਦੇ, ਮੈਂ ਤੇ ਉਹਨਾਂ ਨੂੰ ਪ੍ਰਵਾਸੀ ਮਜ਼ਦੂਰ ਕਹਿੰਦਾ। ਔਰ ਮੈਂ ਸਭ ਤੋਂ ਪਹਿਲਾਂ ਇਹਨਾਂ 'ਤੇ ਪੰਜਾਬ ਦੇ ਉੱਤੇ ਇੱਕ ਕਿਤਾਬ ਲਿਖੀ ਹੋਈ ਹੈ ਸੰਨ 80-81 ਦੇ ਵਿੱਚ, ਜਦੋਂ ਮੈਂ ਐਮਫਿਲ ਕਰਦਾ ਸੀਗਾ। ਮੈਂ ਉਹਨਾਂ ਰੇਲਵੇ ਸਟੇਸ਼ਨਾਂ 'ਤੇ ਬੈਠ ਕੇ ਦੇਖਿਆ ਕਿਵੇਂ ਨੰਗੇ ਤੜੰਗੇ ਔਰ ਉਹਨਾਂ ਨੂੰ ਭੇਡਾਂ ਵਾਂਗੂ ਟਰਾਲੀਆਂ 'ਚ ਪਾ ਕੇ ਡਾਂਗਾਂ ਲੈ ਕੇ ਖੇਤਾਂ 'ਚ ਕੰਮ ਕਰਾਉਣ ਲਈ ਲੈ ਕੇ ਜਾਂਦੇ ਸੀ। ਪੁਲਿਸ ਨੂੰ ਥੋੜ੍ਹੇ ਜਿਹੇ ਪੈਸੇ ਦੇ ਕੇ 4 ਡੰਡੇ ਮਰਵਾ ਕੇ ਵੀ ਚੱਕ ਕੇ ਸਟੇਸ਼ਨਾਂ ਤੋਂ ਲੈ ਜਾਂਦੇ ਸੀ। ਔਰ ਜਿਵੇਂ ਰਾਜਪੁਰੇ ਦਾ ਸਟੇਸ਼ਨ ਆ, ਲੁਧਿਆਣੇ ਦਾ ਖਾਸ ਕਰਕੇ, ਉਹ ਬੜਾ ਸੈਂਟਰ ਸੀ ਵੱਡਾ, ਕਿਉਂਕਿ ਸੈਂਟਰ 'ਚ ਲੁਧਿਆਣਾ ਪੈਂਦਾ। ਮੈਂ ਖੁਦ ਉੱਥੇ 2 ਹਫ਼ਤੇ ਰਾਤਾਂ ਕੱਟ ਕੇ, ਜੇ ਕਿਉਂਕਿ ਰਾਤ ਨੂੰ ਗੱਡੀਆਂ ਆਉਂਦੀਆਂ ਸੀਗੀਆਂ ਬਿਹਾਰ ਵੱਲੋਂ, ਯੂਪੀ ਵੱਲੋਂ, ਤੇ ਮੈਂ ਇਹ ਸੰਨ 80-81 'ਚ ਅੱਖੀਂ ਡਿੱਠੇ ਹਾਲ ਦੀ ਤੁਹਾਡੇ ਇਹਨਾਂ ਬਾਰੇ, ਮਜ਼ਦੂਰਾਂ ਬਾਰੇ ਗੱਲ ਕਰਦਾ। ਨੰਗੇ ਤੜੰਗੇ, ਨੇਫਿਆਂ 'ਚ 15-20 ਰੁਪਏ ਦਿੱਤੇ ਹੁੰਦੇ ਸੀ, ਉਹ ਵੀ ਜਿਹੜੀ ਪੁਲਿਸ ਆ ਰੇਲਵੇ ਵਾਲੀ ਕੱਢ ਲੈਂਦੀ ਸੀ ਉਹਨਾਂ ਤੋਂ। ਬੜਾ ਧੱਕਾ ਹੁੰਦਾ ਸੀ, ਮੈਂ ਅੱਖਾਂ ਨਾਲ ਦੇਖਿਆ। ਹੁਣ ਸਵਾਲ, ਉਹਨਾਂ 'ਚੋਂ ਕਈਆਂ ਨੂੰ ਅਸੀਂ ਪੰਜਾਬ ਦੇ ਅੰਦਰ ਬੰਧੂਆ ਮਜ਼ਦੂਰ ਵੀ ਰੱਖਿਆ, ਐਨ ਤਾੜ ਕੇ ਰੱਖਦੇ ਸੀ ਜਿਵੇਂ ਜਾਨਵਰਾਂ ਵਾਂਗੂ। ਉਹ ਮੇਰੀ ਆਪਣੀ ਸਟੱਡੀ ਵੀ ਹੈਗੀ ਹੈ। ਮੈਂ ਜਿਹੜੀ ਤੁਹਾਨੂੰ ਗੱਲ ਕਹਿਣੀ ਚਾਹੁੰਦਾ, ਜੇ ਇਹ ਜਿਨ੍ਹਾਂ ਨੂੰ ਅੱਜ ਭਈਏ ਕਹਿੰਦੇ ਅਸੀਂ, ਜੇ ਨਾ ਹੁੰਦੇ ਤਾਂ ਤੁਹਾਡਾ ਹਰਾ ਇਨਕਲਾਬ ਹੋਣਾ ਨਹੀਂ ਸੀ। ਜੇ ਝੋਨੇ ਦੀ ਖੇਤੀ ਇੱਥੇ ਲਵਾਉਣੀ ਤੁਹਾਨੂੰ ਸਿਖਾਈ ਹੈ ਵੱਡੇ ਪੱਧਰ ਤੇ ਸਸਤੇ ਮਜ਼ਦੂਰ ਮਿਲਦੇ ਆ, ਤਾਂ ਉਹ ਇਹੀ ਮਜ਼ਦੂਰ ਹੈਗੇ। ਅੱਜ ਵੀ ਜਦੋਂ ਥੋੜ੍ਹੀ ਜਿਹੀ ਗਿਣਤੀ ਘਟਦੀ ਹੈ ਤੇ ਲਾਊਡ ਸਪੀਕਰਾਂ ਦੇ ਗੁਰਦੁਆਰਿਆਂ ਤੇ ਜਾ ਕੇ ਅਨਾਉਂਸਮੈਂਟ ਹੁੰਦੀ ਹੈ
ਕਿ ਭਈ ਇਹਨਾਂ ਦਾ ਬਾਈਕਾਟ ਕਰੋ। ਲੋਕਲ ਮਜ਼ਦੂਰ ਪੈਸੇ ਦੁੱਗਣੇ ਮੰਗਣ ਲੱਗ ਪਏ, ਜਿਹੜਾ ਉਹਨਾਂ ਨੂੰ ਲਾਊਗਾ ਅਸੀਂ, ਜਿਹੜਾ ਉਹਨਾਂ ਨੂੰ ਰੁਜ਼ਗਾਰ ਦਊਗਾ ਅਸੀਂ ਉਹਦਾ ਬਾਈਕਾਟ ਕਰ ਦਾਂਗੇ। ਇਹ ਗੁਰਦੁਆਰਿਆਂ ਤੋਂ ਅਨਾਉਂਸਮੈਂਟ ਅੱਜ ਵੀ ਹੁੰਦੀ ਹੈ। ਇਹਦਾ ਮਤਲਬ ਕਿ ਤੁਹਾਡੀ ਅਰਥ ਵਿਵਸਥਾ ਲਈ, ਤੁਹਾਡੀ ਖੇਤੀ ਲਈ, ਤੁਹਾਡੀ ਕਿਸਾਨਾਂ ਲਈ ਉਹ ਅਤੀ ਜ਼ਰੂਰੀ ਹੈਗੇ। ਫਿਰ ਤੁਸੀਂ ਇਹ ਤੇ ਚਾਹੁੰਦੇ ਆ, ਜਿਵੇਂ ਹਰ ਮਿਡਲ ਕਲਾਸ ਚਾਹੁੰਦੀ ਆ, ਚੌਧਰੀ ਚਾਹੁੰਦੇ ਆ ਕਿ ਮਜ਼ਦੂਰ ਮੇਰੇ ਘਰ 'ਚ ਆ ਕੇ ਕੰਮ ਤੇ ਕਰ ਜਾਣ। ਇੱਕ ਜਾਤੀਗਤ ਨਹੀਂ ਮੈਂ ਨਾਂ ਲੈਣਾ ਚਾਹੁੰਦਾ, ਬ੍ਰਾਹਮਣ ਵੀ ਇਹ ਤੇ ਚਾਹੂਗਾ ਕਿ ਮਜ਼ਦੂਰ ਆ ਕੇ ਮੇਰੇ ਮੰਦਿਰ 'ਚ ਸਫਾਈ ਕਰ, ਦਲਿਤ ਮਜ਼ਦੂਰ ਆ ਕੇ ਮੇਰੇ ਮੰਦਿਰ ਦੀ ਸਫਾਈ ਤੇ ਕਰ ਜਾਏ, ਪਰ ਉੱਥੇ ਉਹਨੂੰ ਪੂਜਾ ਕਰਨ ਦਾ ਅਧਿਕਾਰ ਨਹੀਂ ਹੈ। ਪੁਜਾਰੀ ਵੀ ਇਹ ਕੰਮ ਆਪਾਂ ਕਦੋਂ ਬੰਦ ਕਰਾਂਗੇ? ਕਦੋਂ ਬੰਦ ਕਰਾਂਗੇ? ਸਾਡੇ ਆ ਕੇ ਦਲਿਤ ਕਿਚਨ 'ਚ ਰੋਟੀ ਤੇ ਪਕਾ ਜਾਏ, ਪਰ ਉਹਨੂੰ ਉਹਨਾਂ ਬਰਤਨਾਂ 'ਚ ਬੈਠ ਕੇ ਸਾਡੇ ਬਰਾਬਰ ਰੋਟੀ ਬੈਠ ਕੇ ਖਾਣ ਦਾ ਅਧਿਕਾਰ ਹੀ ਨਹੀਂ ਹੈ। ਨੰਬਰ 1 ਰੋਟੀ ਖਾਣ ਦਾ ਹੀ ਅਧਿਕਾਰ ਨਹੀਂ, ਬਰਾਬਰ ਤੇ ਡਾਈਨਿੰਗ ਟੇਬਲ ਤੇ ਤੁਸੀਂ ਭੁੱਲ ਜਾਓ। ਇਹ ਹੈ ਸਾਡੀ ਮਾਨਸਿਕਤਾ ਜੀ। ਅਸੀਂ ਇਸ ਨੂੰ ਅੱਗੇ ਤੋਰਨਾ। ਇਸ ਲਈ ਮੈਨੂੰ ਲੱਗਦਾ ਹੈ ਕਿ ਅਜੇ ਵੀ ਸਾਨੂੰ ਪਹਿਲਾਂ ਆਪਣੇ ਅੰਦਰ ਬਹੁਤ ਸੋਚ ਪੈਦਾ ਕਰਨ ਦੀ ਲੋੜ ਹੈ ਕਿ ਜੇ ਅਸੀਂ ਨਵਾਂ ਕਿਸਮ ਦਾ ਨਿਜ਼ਾਮ ਚਾਹੁੰਦੇ ਹਾਂ, ਪੰਜਾਬ ਲਈ ਇੱਕ ਅਲੱਗ ਕਿਸਮ ਦਾ, ਸਾਰੇ ਦੇਸ਼ 'ਚ ਚਮਕਦੇ ਸਿਤਾਰੇ ਵਾਂਗੂ ਅਲੱਗ ਨਿਜ਼ਾਮ ਚਾਹੁੰਦੇ ਹਾਂ, ਤੇ ਜਿਸ ਤਰ੍ਹਾਂ ਮੈਂ ਕੇਰਲਾ ਦੀ ਇੱਕ ਐਗਜ਼ਾਮਪਲ ਦਿੱਤੀ, ਹੋਰ ਵੀ ਕਈ ਪਾਕਟਸ ਹੋਣਗੀਆਂ ਜਾਂ ਬਰਾਦਰੀਆਂ ਹੋਣਗੀਆਂ ਜਿਹੜੇ ਬਹੁਤ ਵਧੀਆ ਢੰਗ ਦੇ ਨਾਲ ਆਪਣੇ ਆਪ ਨੂੰ ਮੈਨੇਜ ਕਰਦੇ ਆ। ਲੋੜ ਹੈ ਕਿ ਅਸੀਂ ਇੱਕ ਨਮੂਨੇ ਦਾ ਰਾਜ ਬਣਾਈਏ। ਜਦੋਂ ਹੈ ਨਹੀਂ ਤੇ ਮੈਨੂੰ ਦੇ ਦਿਓ, ਮੈਨੂੰ ਦੇ ਦਿਓ, ਮੈਨੂੰ ਸੱਤਾ ਦੇ ਦਿਓ, ਮੈਂ ਨਹੀਂ ਤੇ ਸਿਰ ਕਟਾ ਦਿਓ, ਖੂਨ ਬਹਾ ਦਿਓ, ਨੌਜਵਾਨੋਂ ਆ ਜਾਓ, ਬਜ਼ੁਰਗੋ ਤੁਸੀਂ ਬਾਹਰੋਂ ਆ ਜਾਓ, ਬੱਚਿਆਂ ਨੂੰ ਵੀ ਨਾਲ ਲੈ ਆਓ। ਇਹ ਹਵਾਈ ਗੱਲਾਂ ਇੰਜ ਨਾ ਕਦੀ ਹੋਇਆ ਨਾ ਕਦੀ ਹੋਣਾ। ਆਪਾਂ ਖਾਲੀ ਮੂਲੀ ਇੱਕ ਪਾਣੀ 'ਚ ਮਧਾਣੀ ਤੇ ਪਾ ਸਕਦੇ ਹਾਂ। ਔਰ ਇਹੋ ਜਿਹੇ ਲਗਾਤਾਰ ਪ੍ਰਚਾਰ ਦੇ ਨਾਲ ਇੱਕ ਤੇ ਅਸੀਂ ਹਿੰਦੂ ਬ੍ਰਦਰਸ ਜਿਹੜੇ ਸਾਡੇ ਇੱਥੇ ਦੇ, ਉਹਨਾਂ ਨੂੰ ਕਾਰਨਰ ਕਰਾਂਗੇ, ਉਹਨਾਂ 'ਚ ਇੱਕ ਭੈ ਭੀਤ ਉਹਨਾਂ ਨੂੰ ਕਰਦੇ ਹਾਂ, ਡਰ ਦੀ ਭਾਵਨਾ ਪੈਦਾ ਕਰਦੇ ਹਾਂ। ਸੂਰੀ ਦੇ ਕਤਲ ਹੋਣ ਤੋਂ ਬਾਅਦ ਇੱਕ ਹੋਰ ਵੀ ਇੱਕ ਕਿਸਮ ਦਾ ਪੰਜਾਬ ਦੇ ਅੰਦਰ ਮਾਹੌਲ ਪੈਦਾ ਹੋਣਾ ਸ਼ੁਰੂ ਹੋ ਗਿਆ, ਜਿਹੜਾ ਕਿ ਬੜਾ ਅਫਸੋਸ ਵਾਲੀ ਗੱਲ ਹੈ। ਕਤਲ ਕਿਸੇ ਦਾ ਨਹੀਂ ਹੋਣਾ ਚਾਹੀਦਾ। ਜੋ ਵੀ ਜਿਹੜਾ ਹੈਗਾ ਆ, ਜੇ ਕੋਈ ਗਲਤ ਬੋਲਦਾ ਉਹਨੂੰ ਕਾਨੂੰਨਨ ਤੌਰ ਤੇ ਸਜ਼ਾ ਮਿਲਣੀ ਚਾਹੀਦੀ ਹੈ। ਇਹ ਨਹੀਂ ਮੈਂ ਕਹਿੰਦਾ ਕਿ ਕੋਈ ਵੀ ਕਿਸ ਤਰੀਕੇ ਨਾਲ ਕਹਿੰਦੇ ਨੇ ਵੀ ਉਹਨੂੰ ਸਿਕਿਉਰਿਟੀ ਦਿੱਤੀ ਹੈ, ਗਲਤ ਬੋਲਣ ਕਰਕੇ ਉਹਨੂੰ ਸਿਕਿਉਰਿਟੀ ਮਿਲ ਗਈ, ਉਹ ਇਸੇ ਕਰਕੇ ਹੋਰ ਸਟੈਬਲਿਸ਼ ਹੋ ਗਿਆ। ਨਹੀਂ ਇਹ ਤਾਂ ਇੱਕ ਨੂੰ ਉਹਨੂੰ ਇਕੱਲੇ ਨੂੰ ਥੋੜੀ ਦਿੱਤੀ ਹੈ, 15-16 ਹੋਰ ਵੀ ਹੈਗੇ ਆ, ਬਿਲਕੁਲ ਉਹਦੇ ਆ। ਉਹ ਥੋੜੇ ਜਿਹੇ ਉਹਨਾਂ ਨੂੰ 1 ਡਿਗਰੀ ਥੱਲੇ ਹੋਣਗੇ, ਪਰ ਘੱਟ ਉਹ ਵੀ ਨਹੀਂ ਕਰਦੇ। ਇੱਥੇ ਵਿਸ਼ਵ ਹਿੰਦੂ ਪ੍ਰੀਸ਼ਦ ਹੈ, ਇੱਥੇ ਬਜਰੰਗ ਦਲ ਹੈ, ਇੱਥੇ ਹੋਰ ਕਈ ਕਿਸਮ ਦੇ ਗਊ ਰਕਸ਼ਕ ਹੋਣਗੇ, ਜਿਨ੍ਹਾਂ ਸਾਰਿਆਂ ਨੇ ਪੁੱਠੇ ਸਿੱਧੇ ਜਦੋਂ ਬਚਨ ਬਲਾਸ ਆਪਣੇ ਕੀਤੇ ਤੇ ਜਦੋਂ ਧਮਕੀਆਂ ਆਈਆਂ ਤੇ ਫਿਰ ਕਿ ਉਹ ਦੇ ਕੇ ਦਿਖਾ ਕੇ ਕਿ ਦੇਖੋ ਜੀ ਸਾਨੂੰ ਜਾਨ ਨੂੰ ਖਤਰਾ, ਉਹ ਕਹਿੰਦੇ ਜੀ ਆਹ ਲਓ 5 ਬੰਦੇ ਪੁਲਿਸ ਦੇ ਇਹਨਾਂ ਕੰਮਾਂ ਤੇ ਰੱਖੀ, ਪੁੱਠੇ ਕੰਮਾਂ ਨੂੰ ਬੜਾਵਾ ਦੇਣ ਲਈ। ਹਾਲਾਂਕਿ ਚਾਹੀਦਾ ਤੇ ਹੈ ਕਿ ਉਹਨਾਂ ਨੂੰ ਫੜ ਕੇ ਜੇਲ੍ਹ 'ਚ ਦੇਣ ਕਿ ਤੂੰ ਪੁੱਠਾ ਬੋਲਿਆ ਕਿਉਂ ਸੀ, ਕੋਈ ਤੂੰ ਗਲਤ ਕਿਉਂ ਬੋਲਦਾ, ਇਸ ਕਰਕੇ ਤੈਨੂੰ ਕਾਨੂੰਨ ਇਹ ਇਜਾਜ਼ਤ ਨਹੀਂ ਦਊ। ਇਸ ਕਰਕੇ ਇਹ ਸਾਰਾ ਇੱਕ ਮਿਲੀ ਭੁਗਤ ਚੱਲੀ ਜਾਂਦੀ ਹੈ। ਨਾਲੇ ਤੁਸੀਂ ਪੁੱਠੇ ਕੰਮ ਕਰੋ, ਨਾਲੇ ਸਿਕਿਉਰਿਟੀ ਲਓ, ਤਾਂ ਕਿ ਪੁੱਠੇ ਕੰਮਾਂ ਨੂੰ ਹੋਰ ਸ਼ਹਿ ਮਿਲੇ ਸਰਕਾਰ ਵੱਲੋਂ ਤੇ ਉਹ ਬੜੌਤਰੀ ਹੋਵੇ ਤੇ ਸਾਡਾ ਪੰਜਾਬ ਜਿਹੜਾ ਲਗਾਤਾਰ ਇੱਕ ਚੰਗੇ ਪਾਸੇ ਤੁਰਨ ਦੀ ਜਗ੍ਹਾ ਇੱਕ ਮਾੜੀ ਸਟੇਟ ਦਾ ਨਮੂਨਾ ਬਣ ਕੇ ਹੋ ਨਿਬੜੇ। ਇਹੀ ਹਾਲ ਸਾਡਾ ਬੇਰੁਜ਼ਗਾਰੀ ਨੇ ਕੀਤਾ ਤੇ ਬਾਹਰ ਨੂੰ ਭੱਜ ਤੁਰੇ ਨੌਜਵਾਨ ਸਾਰੇ। ਆਉਣਾ ਤੇ ਕੀ ਆ ਜੇ ਤੇ ਭੱਜੇ ਤੁਰੇ ਜਾਂਦੇ ਆ। ਇਸੇ ਤਰੀਕੇ ਨਾਲ ਸਾਡੀ ਜਿਹੜੀ ਜਸਪਾਲ ਨਸ਼ਿਆਂ ਨੇ ਨੌਜਵਾਨੀ ਦਾ ਤਬਾਹ ਕੀਤਾ, ਉਹ ਅਸਹਿ ਹੈ, ਉਹ ਬੜਾ ਪੀੜਾ ਦੇਣ ਵਾਲਾ ਹੈ। ਪਰ ਉਹਦੇ ਨਾਲ ਸੂਬਾ ਵੀ ਬਦਨਾਮ ਹੁੰਦਾ, ਬਰਾਦਰੀ ਵੀ ਸਾਡੀ ਬਦਨਾਮ ਹੋ ਰਹੀ ਆ, ਤੇ ਜਿਹੜਾ ਕਿਸਾਨਾਂ ਦਾ ਸੁਸਾਈਡ ਹੈਗਾ ਉਹ ਵੀ ਉਸੇ ਤਰੀਕੇ ਨਾਲ ਜਾਰੀ ਆ। ਅੱਜ ਵੀ 2 ਕਿਸਾਨਾਂ ਨੇ ਆਤਮ ਹੱਤਿਆ ਕੀਤੀ ਹੈ। ਇਹਨਾਂ ਸਾਰੇ ਮਸਲਿਆਂ ਦਾ ਕਾਰਪੋਰੇਟ ਇੱਥੇ ਕੋਈ ਇਨਵੈਸਟ ਕਰਨ ਲਈ ਤਿਆਰ ਨਹੀਂ। ਬਾਰਡਰ ਦੇ ਅਸੀਂ ਨਾਲ ਬੈਠੇ ਹਾਂ, ਬਾਰਡਰ ਤੇ ਜਾ ਕੇ ਦੇਖੋ ਅਜੇ ਵੀ ਇੰਝ ਲੱਗਦਾ ਜਿਵੇਂ 50 ਸਾਲ ਪਛੜੇ ਹੋਣ ਸਾਡੇ ਨਾਲੋਂ, ਜਾਣੀ ਮਾਲਵੇ ਨਾਲੋਂ ਜਾਂ ਜਿਹੜਾ ਬਾਕੀ ਹਿੱਸਾ ਪੰਜਾਬ ਦਾ, ਉੱਥੇ ਕੋਈ ਕਿਸੇ ਕਿਸਮ ਦਾ ਵਿਕਾਸ ਨਹੀਂ ਹੈਗਾ। ਜੇ ਅਸੀਂ ਕੋਈ ਚੰਗੀ ਗੱਲ ਕਰਨੀ ਚਾਹੁੰਦੇ ਹਾਂ ਤਾਂ ਪਹਿਲਾਂ ਸਭ ਤੋਂ ਇਹ ਹੈ ਕਿ ਕੋਈ ਵੀ ਮਕਾਨ ਬਣਨ ਤੋਂ ਪਹਿਲਾਂ ਨਕਸ਼ਾ ਬਣਦਾ। ਇਹ ਨਹੀਂ ਕਿ ਪਹਿਲਾਂ ਮਕਾਨ ਬਣਾ ਲਓ ਤੇ ਫਿਰ ਉਹਦਾ ਨਕਸ਼ਾ ਪਾਸ। ਹਾਂਜੀ, ਸਹੀ ਗੱਲ ਹੈ। ਇਸ ਨਕਸ਼ੇ ਦੇ ਉੱਤੇ ਕਿ ਖਾਲਿਸਤਾਨ ਕਿਹਦੇ ਲਈ, ਕਿਹੋ ਜਿਹਾ, ਕਿਸ ਕਿਸਮ ਦਾ ਹੋਵੇ, ਉਹਦੀ ਇੱਕ ਚਰਚਾ ਤੇ ਕਰ ਲਓ। ਤੁਹਾਡੇ ਕੋਲ ਕੋਈ ਬੰਦੇ ਹੈ ਨਹੀਂ ਹੈਗੇ ਕਿ ਸਿਰਫ ਡਾਂਗ ਸੋਟਾ ਚਲਾਈ ਤੁਰੇ ਜਾਣਾ ਤੇ ਬੋਲੀ ਜਾਣਾ ਤੇ ਲੋਕਾਂ ਨੂੰ ਭਾਵਕ ਕਰੀ ਜਾਣਾ ਤੇ ਬਾਰ-ਬਾਰ ਕੁੱਟ ਮਾਰੀ ਜਾਣੀ ਤੇ ਖਾਈ ਜਾਣੀ ਆ। ਇਹ ਕੋਈ ਬਹੁਤਾ ਕਿਸੇ ਵੀ ਤਰੀਕੇ ਦਾ ਸਕਾਰਾਤਮਕ ਐਕਸਰਸਾਈਜ਼ ਨਹੀਂ ਹੈ। ਇਹਦੇ ਚੋਂ ਪਹਿਲਾਂ ਵੀ ਆਪਾਂ ਕਈ ਵਾਰੀ ਪੰਜਾਬੀ ਨੌਜਵਾਨ ਮਾਰਾਂ ਖਾ ਚੁੱਕੇ ਹਾਂ ਤੇ ਇੱਕ ਵਾਰੀ ਹੋਰ ਖਾ ਲਾਂਗੇ।
ਸਰ ਸੁਧਾਰ ਹੁਣ ਕੀ ਹੋਣੇ ਚਾਹੀਦੇ ਆ, ਕਿਉਂਕਿ ਸਿੱਖ ਜਿਹੜੇ ਨੇ ਬੜਾ ਅਗਰੈਸਿਵਲੀ ਆਪਣੇ ਆਪ ਨੂੰ ਡਿਪਰੈਸਡ ਫੀਲ ਕਰ ਰਹੇ ਨੇ ਪੰਜਾਬ ਦੇ ਲੋਕ ਜਿਹੜੇ ਨੇ, ਤੇ ਹੁਣ ਜਿਹੜੇ ਬਾਹਰ ਬੈਠੇ ਪੰਜਾਬੀ ਨੇ ਉਹ ਵੀ ਸਰਕਾਰੀ ਤੰਤਰ ਤੋਂ ਦੁਖੀ ਨੇ, ਕਿਉਂਕਿ NRIs ਦੇ ਉੱਪਰ ਪਰਚੇ ਵੀ ਹੁੰਦੇ ਨੇ, ਉਹਨਾਂ ਨੇ ਜ਼ਮੀਨਾਂ ਵੀ ਇੱਥੇ ਖੋਹੀਆਂ ਜਾ ਰਹੀਆਂ ਨੇ, ਕਬਜ਼ੇ ਕਰਵਾਉਂਦੇ ਸਿਸਟਮ ਰਲ ਮਿਲ ਕੇ। ਤਾਂ ਹੁਣ ਜਿਹੜੇ ਸਾਡੇ ਸਿੱਖ ਆਗੂ ਨੇ ਜਾਂ ਸਿੱਖ ਬੁੱਧੀਜੀਵੀ ਨੇ, ਇਹ ਆਪਸੀ ਤਾਲਮੇਲ ਪੈਦਾ ਕਰਕੇ ਕਿਵੇਂ ਪੰਜਾਬ ਦੇ ਹਾਲਾਤ ਨੂੰ ਸੁਧਾਰ ਸਕਦੇ ਨੇ, ਤੇ ਸੁਧਾਰ ਬੇਸਿਕ ਸੁਧਾਰ ਕੀ ਹੋਣੇ ਚਾਹੀਦੇ ਨੇ ਤਾਂ ਕਿ ਗੱਲ ਜਿਹੜੀ ਆ ਪੰਜਾਬ ਦੀ ਪੰਜਾਬੀਆਂ ਦੀ ਅੱਗੇ ਤੁਰ ਸਕੇ? ਦੇਖੋ, ਪਹਿਲਾਂ ਤਾਂ ਸਾਨੂੰ ਮਨ ਵਿੱਚੋਂ ਇਹ ਕੱਢਣਾ ਚਾਹੀਦਾ ਕਿ ਇੱਕ ਸਿੱਖ ਸਟੇਟ ਹੈਗੀ ਆ। ਸਿੱਖਾਂ ਦੇ ਮਸਲੇ ਕੋਈ ਹਿੰਦੂਆਂ ਨਾਲੋਂ ਅਲੱਗ ਹੈਗੇ ਆ। ਔਰ ਜਿਹੜੇ ਅਤੀ ਗਰੀਬ ਮੈਂ ਮੰਨਦਾ ਉਹ ਦੋ ਬਰਾਦਰੀਆਂ, ਇੱਕ ਤੇ ਜਿਨ੍ਹਾਂ ਨੂੰ ਇਹ ਭਈਏ ਕਹਿੰਦੇ ਆ ਔਰ ਉਹਨਾਂ ਪ੍ਰਤੀ ਨਫ਼ਰਤ ਸਿਖਾਉਂਦੇ ਆ, ਇਹ ਮਾੜੀ ਗੱਲ ਹੈ। ਉਹ ਤੁਹਾਡੇ ਦੇਸ਼ ਨੂੰ ਸਵਾਰਦੇ। ਫਿਰ ਕੱਲ੍ਹ ਨੂੰ ਜੇ ਤੁਸੀਂ ਇਹ ਨਹੀਂ ਕਹਿਣੋਂ ਹਟੋਗੇ ਤਾਂ ਤੁਹਾਨੂੰ ਜਿੱਥੇ ਜਿੱਥੇ ਤੁਸੀਂ ਜਾ ਰਹੇ ਆ ਸਾਰੇ ਉਹੀ ਉਸੇ ਨਫ਼ਰਤ ਦੇ ਨਾਲ ਉਹ ਲੋਕਲ ਲੋਕ ਤੁਹਾਨੂੰ ਵੇਖਣਾ ਸ਼ੁਰੂ ਕਰਨਗੇ ਕਿ ਇਹ ਲੋਕੀ ਬਰਦਾਸ਼ਤ ਨਹੀਂ ਕਰਦੇ ਦੂਸਰੀਆਂ ਬਰਾਦਰੀਆਂ ਨੂੰ, ਲੋਕਾਂ ਨੂੰ। ਤੇ ਇਹ ਕਈ ਮੁੰਡੇ ਮੈਨੂੰ ਕਹਿੰਦੇ ਆ ਜਾ ਕੇ, ਮੈਨੂੰ ਅਮਰੀਕਾ 'ਚ ਮਿਲੇ, ਜਦੋਂ ਮੈਂ ਅਮਰੀਕਾ 'ਚ ਗਿਆ ਤੇ 25-30 ਸਾਲ ਹੋ ਗਏ, ਉਦੋਂ ਗਿਆ ਸੀ। ਕਹਿੰਦਾ ਜੀ, ਮੈਂ ਕਿਹਾ ਤੁਸੀਂ ਇੱਥੇ ਕੀ ਕਰਦੇ ਆ? ਕਹਿੰਦਾ ਗਾਵਾਂ ਸਾਂਭਦੇ ਆ, ਉਹ ਰੈਂਚੇਸ ਦੇ ਵਿੱਚ ਕੰਮ ਕਰਦੇ ਸੀ, ਇੱਥੇ ਲੋਕਲ ਲੋਕਾਂ ਦੇ ਅਸੀਂ ਭਈਏ ਆ। ਫਿਰ ਜੇ ਤੁਸੀਂ ਦੂਜਿਆਂ ਨੂੰ, ਬਾਹਰੋਂ ਆਇਆਂ ਨੂੰ, ਜਿਹੜੇ ਰੋਟੀ ਲਈ ਕੋਈ ਪੈਸਾ ਨਹੀਂ, ਕੋਈ ਧਨ ਦੌਲਤ ਨਹੀਂ, ਕੋਈ ਮਹਿਲ ਨਹੀਂ ਬਣਾ ਰਹੇ, ਕੋਈ ਟਰੈਕਟਰ ਨਹੀਂ ਖਰੀਦ ਰਹੇ, ਜੇ ਰੋਟੀ ਨਹੀਂ ਤੁਹਾਡੇ ਇੱਥੇ, ਜਿੱਥੇ ਰੋਟੀ ਲੰਗਰ ਮਿਲਦਾ, 4 ਪੈਸੇ ਕਿਸ ਨੂੰ ਮਿਲਦੇ, ਇਹ ਗੱਲ ਬੰਦ ਕਰਨੀ ਚਾਹੀਦੀ। ਦੂਸਰਾ ਕਿ ਤੁਹਾਡਾ ਤੁਸੀਂ ਜਿਵੇਂ ਪੋਜ਼ ਕਰਦੇ ਆ ਸਵਾਲ ਨੂੰ ਵੀ ਸਿੱਖ ਕੀ ਕਰਨ, ਸਿੱਖ ਕਿਉਂ ਕਹਿੰਦੇ ਆਪਾਂ? ਪੰਜਾਬੀ ਆ, ਬਿਲਕੁਲ ਹਿੰਦੂ ਸਾਡੇ। ਮੈਂ ਤੁਸੀਂ ਦੇਖਿਆ ਨਹੀਂ ਕਿਸਾਨ ਮੂਵਮੈਂਟ ਦੇ ਵੇਲੇ ਕਿਵੇਂ ਸਾਨੂੰ ਹਰਿਆਣੇ ਵਾਲੇ ਜਾਟਾਂ ਨੇ ਲਗਾਤਾਰ ਦੁੱਧ ਦੀਆਂ ਟੈਂਕੀਆਂ ਤੇ ਟਰੈਕਟਰ ਭਰ ਲਿਆਉਂਦੇ ਸੀ। ਉਹ ਕਿਹੜੇ ਉਹਨਾਂ ਨੇ ਸਾਨੂੰ ਖਾਣੇ ਨਹੀਂ, ਹਿੰਦੂ ਪਰਿਵਾਰ ਲੰਗਰ ਦੀ ਸੇਵਾ ਪਕਾਉਂਦੀਆਂ ਰਹੀਆਂ ਲੜਕੀਆਂ। ਮੈਂ ਕਹਿੰਦਾ ਸ਼ਹੀਦ ਭਗਤ ਸਿੰਘ ਦੀ ਫੋਟੋ ਨਾਲ ਰੱਖ ਕੇ, ਇੱਕ ਸਰ ਛੋਟੂ ਰਾਮ ਦੀ ਫੋਟੋ ਨਾਲ ਲਾ ਕੇ, ਤੇ ਲਗਾਤਾਰ ਉੱਥੇ ਬੈਠੇ ਰਹੇ। ਉਹ ਕਹਿੰਦੇ ਰਹੇ ਕਿ ਅਸੀਂ ਤੁਹਾਡੇ ਛੋਟੇ ਭਰਾ ਆ। ਜੇ ਅਸੀਂ ਹਿੰਦੂ ਸਿੱਖ ਸਿੱਖਾਂ ਨੂੰ ਪ੍ਰੋਬਲਮ ਆ, ਬਾਕੀ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ, ਸਿੱਖਾਂ ਦੀ ਇੱਕ ਅਲੱਗ ਪ੍ਰੋਬਲਮ ਆ। ਇਸ ਤਰ੍ਹਾਂ ਕੀਤਿਆਂ ਅਸੀਂ ਇੱਕ ਤੇ ਆਪਣੇ ਆਪ ਨੂੰ ਅਲੱਗ ਕਰਾਂਗੇ ਦੂਜਿਆਂ ਨਾਲੋਂ। ਮੈਨੂੰ ਨਹੀਂ ਲੱਗਦਾ ਅਸੀਂ ਉਸ ਮਿਸ਼ਨ ਦੇ ਵਿੱਚ ਕੋਈ ਉਸ ਨੂੰ ਕੋਈ ਬਹੁਤਾ ਦੇ ਪਾਵਾਂਗੇ ਜੋ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸਾਡੇ ਗੁਰੂ ਸਾਹਿਬਾਨ ਦੇ ਪਾਏ ਆ। ਉਹਨਾਂ ਨੇ ਜਿਹੜਾ ਸਾਨੂੰ ਸਿੱਖਿਆ ਦਿੱਤੀ ਹੈ, ਮੱਤ ਦਿੱਤੀ ਹੈ, ਉਹ ਤੇ ਇਹ ਦਿੱਤੀ ਹੈ ਕਿ ਚੰਗਿਆਈ ਦੇ ਗਲ ਲੱਗੋ, ਔਰ ਪਿਆਰ ਕਰੋ, ਪਿਆਰ ਲਹੋ, ਧਰਮਾਂ ਦੇ ਅੰਦਰ ਜੁੜਤ ਪੈਦਾ ਕਰੋ, ਕਿਸੇ ਨੂੰ ਤੂੰ ਤੇਰ ਮੇਰ ਦੇ ਵਿੱਚ ਨਾ ਕਰੋ, ਕਿਰਤ ਕਰਕੇ ਖਾਓ। ਔਰ ਜਿਹੜੀ ਕਿਰਤ ਕਰਕੇ ਮਿਹਨਤ ਕਰਕੇ ਖੱਪੇ, ਜੇ ਕਿਰਤ ਕਰਕੇ ਖਾਣ ਲਈ ਕਿਹਾ ਤੇ ਜਿਹੜੇ ਕਿਰਤ ਕਰਕੇ ਖਾ ਰਹੇ ਆ ਉਹਨਾਂ ਨੂੰ ਫਿਰ ਬਈਏ ਅਸੀਂ ਕਿਉਂ ਕਹਿੰਦੇ? ਉਹ ਤੇ ਮਿਹਨਤ ਕਰਕੇ ਖਾ ਰਹੇ ਆ, ਕਿਸੇ ਦੀ ਜੇਬ ਨਹੀਂ ਕੱਟ ਰਹੇ। ਤੇ ਬਹੁਤ ਹੀ ਅਤੀ ਗਰੀਬ ਆ। ਜੇ ਸਿੱਖਾਂ ਦੇ ਵਿੱਚ ਅਤੀ ਗਰੀਬ ਨੂੰ ਅਸੀਂ ਨਫ਼ਰਤ ਕਰਨੀ ਸਿਖਾਉਣੀ ਆ, ਜਾਂ ਦਲਿਤਾਂ ਦੇ ਪ੍ਰਤੀ ਨਫ਼ਰਤ ਕਰਨੀ ਸਿਖਾਉਣੀ ਆ, ਜਾਂ ਔਰਤ ਪ੍ਰਤੀ ਨਫ਼ਰਤ ਕਰਨੀ ਸਿਖਾਉਣੀ ਆ, ਕਿ ਇਹਨੂੰ ਕੀ ਪਤਾ, ਜਾਂ ਉਹਨੂੰ ਨਫ਼ਰਤ ਨਾ ਵੀ ਹੋਵੇ, ਉਹਨੂੰ ਅਲੱਗ ਥਲੱਗ, ਉਹਨੂੰ ਥੱਲੇ ਰੱਖਣਾ ਆ, ਨੀਚਾ ਦਿਖਾਉਣਾ ਆ, ਤਾਂ ਇਹ ਗੱਲ ਕਿਸੇ ਵੀ ਤਰੀਕੇ ਨਾਲ ਸਾਡੇ ਜਿਹੜੇ ਗੁਰੂ ਸਾਹਿਬਾਨ ਆ ਉਹਨਾਂ ਨੇ ਜੋ ਸਾਨੂੰ ਸਾਡੇ ਲਈ ਪ੍ਰੇਰਨਾ ਸਰੋਤ ਬਣ ਕੇ ਗਏ ਆ ਔਰ ਜੋ ਸਾਨੂੰ ਮਾਰਗ ਦੱਸ ਕੇ ਗਏ, ਉਹਦੇ ਤੇ ਇਹ ਬਿਲਕੁਲ ਇਹੋ ਜਿਹੀ ਗੱਲ ਹੈ ਨਹੀਂ। ਇਸੇ ਲਈ ਜਸਪਾਲ ਸਾਡਾ ਤੇ ਬੜਾ ਮੋਟਾ ਹੈਗਾ ਕਿ ਸਿੱਖੀ ਇਹੋ ਜਿਹੀ ਵੰਡੀ ਹੋਈ ਸੁਸਾਇਟੀ ਦੇ ਵਿੱਚ ਇੱਕ ਇਹੋ ਜਿਹਾ ਸੋਚ ਪੈਦਾ ਕੀਤੀ ਸੀ ਜਿਸ ਨੇ ਇਹ ਸਾਨੂੰ ਸਿਖਾਇਆ ਕਿ ਜਿਹੜੀ ਪਖੰਡਾਂ ਵਾਲੀ ਦੁਨੀਆ, ਨਫ਼ਰਤ ਵਾਲੀ ਦੁਨੀਆ, ਜਾਤੀਗਤ ਵੰਡੀਆਂ 'ਚ ਪਈ ਹੋਈ ਦੁਨੀਆ, ਬੋਲੀਆਂ ਤੇ ਭਾਸ਼ਾਵਾਂ ਦੇ ਤੇਰ ਮੇਰ ਦੀ ਦੁਨੀਆ, ਇਸ ਸਾਰੇ ਤੋਂ ਉੱਪਰ ਉੱਠ ਕੇ ਆਪਾਂ ਇੱਕ ਮਾਨਵਤਾ ਨੂੰ ਆਪਣੇ ਕਲਾਵੇ 'ਚ ਲੈ ਕੇ, ਜਿਹਦੇ ਵਿੱਚ ਕੁਦਰਤ ਨੂੰ ਵੀ ਪਿਆਰ ਕਰਨਾ ਸਿਖਾਈਏ, ਮਾਨਵਤਾ ਮਨੁੱਖ ਨੂੰ ਪਿਆਰ ਕਰੇ ਤੇ ਸਮੁੱਚੀ ਮਨੁੱਖਤਾ ਕੁਦਰਤ ਨੂੰ ਪਿਆਰ ਕਰੇ ਤੇ ਸਾਰੇ ਰਲ ਮਿਲ ਕੇ ਇੱਕ ਵਧੀਆ ਜੀਵਨ ਜੀਏ। ਇਸ ਗੱਲ ਦੇ ਉੱਤੇ ਸਾਨੂੰ ਸਿੱਖਿਆ ਦੇ ਕੇ ਗਏ। ਹੁਣ ਮੈਂ ਨਿੱਕੀ ਗੱਲ ਕਰਾਂ, ਬੁਰਾ ਨਾ ਮਨਾਇਓ, ਮੈਂ ਗੱਲ ਜਰਾ, ਕਬੀਰ ਜੀ ਕਿੱਥੋਂ ਦੇ ਸੀਗੇ? ਬਨਾਰਸ ਦੇ ਸੀ। ਤੇ ਫਿਰ ਉਹ ਭਈਏ ਸੀਗੇ। ਜੇ ਗੁਰੂ ਰਵਿਦਾਸ ਜੀ ਵਾਰਾਣਸੀ ਦੇ ਵਿੱਚ ਸੀ, ਉਹਨਾਂ ਨੇ ਆਪਣੀ ਬੁਲੰਦੀ ਆਵਾਜ਼ ਬੁਲੰਦੀ ਉਠਾਈ, ਆਪਾਂ ਉਹਨਾਂ ਨੂੰ ਭਈਏ ਕਹੀਏ ਵੀ ਉਹ ਬਾਹਰੋਂ ਆ ਗਏ? ਕਿਹੜੀਆਂ ਗੱਲਾਂ ਕਰਦੇ ਆ? ਕੁਝ ਸੋਚਿਆ ਤੇ ਕਰੀਏ ਗੱਲਾਂ ਕਰਨ ਤੋਂ। ਸਾਨੂੰ ਤੇ ਸਿੱਖਿਆ ਹੈ ਹੀ ਨਹੀਂ ਜਸਪਾਲ।
ਸਾਡੀ ਸਿੱਖਿਆ ਬਿਲਕੁਲ ਅਲੱਗ ਆ। ਆਪਾਂ ਉਹਨੂੰ ਦੂਰ ਕਰਕੇ ਪਤਾ ਨਹੀਂ ਕਿਹੜੀ ਮਾਨਸਿਕਤਾ ਦੇ ਨਾਲ ਸਾਨੂੰ ਮਾਰ ਲਿਆ, ਸਾਨੂੰ ਕਰਤਾ। ਮੈਂ ਨਹੀਂ ਕਹਿੰਦਾ ਕਿ ਪੰਜਾਬ ਦੇ ਨਾਲ ਧੱਕਾ ਨਹੀਂ, ਬਹੁਤ ਧੱਕਾ ਆ, ਬੜੇ ਪੱਧਰ ਦੇ ਉੱਤੇ ਧੱਕਾ ਆ, ਪਰ ਤੁਹਾਡੇ ਇਕੱਲੇ ਨਾਲ ਨਹੀਂ ਧੱਕਾ ਹੋ ਰਿਹਾ। ਜਿੱਥੇ ਹਿੰਦੀ ਸਪੀਕਿੰਗ ਸਟੇਟਾਂ ਹੈਗੀਆਂ, ਸਭ ਨਾਲੋਂ ਵੱਧ ਤੇ ਧੱਕਾ ਉਹਨਾਂ ਨਾਲ ਹੋ ਰਿਹਾ। ਜੇ ਉਹਨਾਂ ਦੀਆਂ ਸਟੇਟਾਂ ਬਿਹਾਰ ਦੇ ਵਿੱਚ ਠੀਕ ਠਾਕ ਹੋਵੇ ਤੇ ਈਸਟਰਨ ਜਿਹੜੀ ਯੂਪੀ ਹੈ, ਪੂਰਬੀ ਯੂਪੀ ਠੀਕ ਠਾਕ ਹੋਵੇ, ਉਹ ਤੁਹਾਡੇ ਇੱਥੇ ਜੁੱਤੀਆਂ ਕਸਾਉਂਦੇ ਕਿਉਂ ਆਉਣਗੇ? ਜੁੱਤੀਆਂ ਖਾਣ ਆਉਣਗੇ ਉਹ, ਤੁਹਾਡੇ ਕੋਲ ਗਾਲਾਂ ਖਾਣ ਆਉਣਗੇ। 100% ਗੱਲ ਸਹੀ ਤੁਹਾਡੀ। ਬਿਲਕੁਲ। ਤੁਸੀਂ ਸਾਰਿਆਂ ਨੂੰ ਜਿੱਥੇ ਵੀ ਕਿਸੇ ਦੀ ਲੁੱਟ ਹੋ ਰਹੀ ਹੈ, ਜਿੱਥੇ ਵੀ ਕਿਸੇ ਨਾਲ ਧੱਕਾ ਹੋ ਰਿਹਾ, ਉਹਦੇ ਸਿਪਾਹੀ ਬਣੋ, ਉਹਦੀ ਫੌਜ ਬਣੋ, ਉਹਦੀ ਜ਼ੁਬਾਨ ਬਣੋ, ਉਹਦੀ ਤਲਵਾਰ ਬਣੋ। ਇਹ ਮੈਂ ਤੇ ਸਿੱਖੀ ਸਮਝਦਾ। ਬਾਕੀ ਜਿਹੜੀ ਇਹਨਾਂ ਦੇ ਮਨ ਵਿੱਚ ਆ, ਭਾਈ ਇਹੋ ਹੀ ਜਾਣਨ, ਮੇਰੀ ਸਮਝ ਤੋਂ ਤੇ ਬਾਹਰ ਹੈ। ਜੀ ਬਿਲਕੁਲ ਸਰ, ਜਿਹੜੀ ਡੈਫੀਨੇਸ਼ਨ ਤੁਸੀਂ ਅਖੀਰ 'ਚ ਦਿੱਤੀ, ਇਹੋ ਹੀ ਅਸਲ ਸਿੱਖੀ ਦੀ ਪਰਿਭਾਸ਼ਾ ਆ। ਅਕਾਲ ਪੁਰਖ ਦੀ ਫੌਜ ਵੀ ਸਿੱਖਾਂ ਨੂੰ ਇਸੇ ਕਰਕੇ ਕਿਹਾ ਜਾਂਦਾ ਵੀ ਅਕਾਲ ਸਾਰੀ ਦੁਨੀਆ ਦਾ ਰਾਖਾ ਆ, ਸਾਰੀ ਦੁਨੀਆ ਨੂੰ ਜਿਹੜਾ ਭੋਜਨ ਆ ਕੇਅਰ ਕਰਨ ਵਾਲਾ ਰੱਬ ਆ, ਤੇ ਉਹਦੀ ਫੌਜ ਕਿਸੇ ਇੱਕ ਛੋਟੇ ਜਿਹੇ ਫਿਰਕੇ ਦੀ ਨਹੀਂ ਹੋ ਸਕਦੀ। ਉਹ ਸਾਰੀ ਦੁਨੀਆ ਦੇ ਦੁੱਖ ਦਰਦ ਵੰਡਾਉਣ ਦੇ ਸਮਰੱਥ ਹੋਣੀ ਚਾਹੀਦੀ ਆ। ਤੇ ਜਦੋਂ ਗੁਰੂ ਨਾਨਕ ਸਾਹਿਬ ਆਪ ਹੀ ਕਹਿੰਦੇ ਹੋਣ ਕਿ ਨਾਨਕ ਦੁਖੀਆ ਸਭ ਸੰਸਾਰ, ਤਾਂ ਉਹਨਾਂ ਨੇ ਲੋਕਾਂ ਦੇ ਦੁੱਖਾਂ ਨੂੰ ਦੇਖ ਕੇ ਵੀ ਲੋਕ ਤਰਾਹ ਦੁਨੀਆ ਇੱਥੇ ਕਰ ਰਹੀ ਆ, ਤੇ ਉਹ ਫਿਰ ਤਾਂ ਜਾ ਕੇ ਵੱਖ-ਵੱਖ ਗਏ। ਨਹੀਂ ਤਾਂ ਗੁਰੂ ਨਾਨਕ ਸਾਹਿਬ ਵੀ ਕਰਤਾਰਪੁਰ ਰਹਿੰਦੇ, ਇੱਕ ਡੇਰਾ ਬਣਾ ਕੇ ਜਿੰਨੇ ਕੁ ਲੋਕ ਉਹਨਾਂ ਨਾਲ ਜੁੜਦੇ, ਉਹਨਾਂ ਨੂੰ ਸਿੱਖ ਕਹਿ ਲੈਂਦੇ, ਤੇ ਉੱਥੇ ਕੀ ਉਹ ਸੀਮਟ ਰਹਿ ਜਾਂਦੇ। ਉਹ ਗੁਰੂ ਨਾਨਕ ਸਾਹਿਬ ਵੀ ਸੀ ਜਿਹੜਾ ਦੁਨੀਆ ਦੇ ਵਿੱਚ ਜਾ ਕੇ ਉਹਨਾਂ ਨੇ ਸੱਚ ਦਾ, ਪਿਆਰ ਦਾ, ਧਰਮ ਦਾ ਜਿਹੜਾ ਪ੍ਰਚਾਰ ਕੀਤਾ, ਕਿਉਂਕਿ ਉਹ ਇੱਕ ਮਾਨਵਤਾ ਹੀ ਪਿਆਰ ਸੀ ਸਾਡਾ। ਏਕ ਪਿਤਾ ਏਕ ਸਕੇ ਅੰਬਾਰਕ ਜਿਹੜੀ ਗੁਰੂ ਸਾਹਿਬ ਨੇ ਗੱਲ ਕਹੀ ਹੈ, ਉਹਨੂੰ ਆਪਾਂ ਛੋਟਿਆਂ ਕਿਵੇਂ ਕਹਿ ਸਕਦੇ ਹਾਂ? ਕੀ ਉਹਦੇ ਵਿੱਚ, ਜਿਵੇਂ ਪ੍ਰੋਫੈਸਰ ਸਾਹਿਬ ਨੇ ਗੱਲ ਭਈਆਂ ਦੀ ਕਹੀ ਹੈ, ਤਾਂ ਕੀ ਏਕ ਪਿਤਾ ਏਕ ਸਕੇ ਅੰਬਾਰਕ ਦੇ ਵਿੱਚ ਭਈਏ ਨਹੀਂ ਆਉਂਦੇ? ਜਾਂ ਧਰਤੀ ਨੂੰ ਧਰਮਸਾਲ ਕਿਹਾ ਜਾਂਦਾ, ਤੇ ਇਸ ਧਰਤੀ ਦੇ ਉੱਪਰ ਜਿਹੜੇ ਭਈਏ ਰਹੇ, ਹੁਣ ਧਰਮਸਾਲ ਦੇ ਵਿੱਚ ਭਈਏ ਰਹਿ ਰਹੇ ਆ। ਦੱਸੋ, ਗੁਰੂ ਨਾਨਕ ਦੇ ਸੁਪਨਿਆਂ ਦਾ ਧਰਮਸਾਲ ਆ ਧਰਤੀ, ਤੇ ਉੱਥੇ ਅਸੀਂ ਇਹੋ ਜਿਹੀਆਂ ਗੱਲਾਂ ਕਰੀਏ? ਇਹ ਸਾਨੂੰ ਆਪਣੇ ਨੀਵੇਂ ਪੱਧਰ ਦੇ ਉੱਪਰ ਝਾਤ ਮਾਰਨੀ ਚਾਹੀਦੀ ਆ। ਤੇ ਗੁਰੂ ਸਾਹਿਬ ਨੇ ਇੱਕ ਥਾਂ ਤੇ ਹੋਰ ਵੀ ਕਿਹਾ ਵੀ ਜਿਹੜਾ ਨੀਵਾਂ ਬੰਦਾ ਹੁੰਦਾ ਨਾ, ਜੇ ਗੁਰੂ ਦੇ ਚਰਨੀ ਲੱਗੇ ਜਾਂ ਸੱਚ ਬੋਲੇ, ਧਰਮ ਦੇ ਰਸਤੇ 'ਤੇ ਚੱਲੇ, ਤਾਂ ਉਹ ਵੀ ਉੱਚਾ ਹੋ ਜਾਂਦਾ ਆ। ਉੱਥੇ ਕੋਈ ਸ਼ਰਤ ਨਹੀਂ ਲਾਈ ਵੀ ਇਕੱਲਾ ਸਿੱਖ ਗਾਤਰਾ ਕਿਰਪਾਨ ਪਾ ਕੇ ਆਵੇ ਤਾਂ ਉਹੀ ਉੱਚਾ ਹੋਏਗਾ। ਜਿਹੜਾ ਵੀ ਆਏਗਾ, ਜਿਹੜਾ ਵੀ ਚੰਗੇ ਧਰਮ ਦੇ ਰਾਹ 'ਤੇ ਚੱਲਦਾ ਹੈ, ਉਹਦੀ ਜਹਾਨ ਉਸਤਤ ਕਰਦੇ ਆ। ਸੋ ਭੁੱਲ ਚੁੱਕ ਦੀ ਖਿਮਾ, ਸਹਿਮਤੀ ਅਸਹਿਮਤੀ ਸਮਾਜ ਦੇ ਵਿੱਚ ਹਮੇਸ਼ਾ ਬਣੀ ਰਹੀ ਆ, ਰਹੇਗੀ, ਤੇ ਇੱਦਾਂ ਹੀ ਚੱਲਦਾ ਰਹੇਗਾ। ਪਰ ਇੱਕ ਵਿਚਾਰ ਕਰਨ ਦੇ ਵਿੱਚ ਕੋਈ ਹਰਜ ਨਹੀਂ ਹੁੰਦਾ। ਚੰਗੇ ਵਿਚਾਰਾਂ ਨੂੰ ਝੋਲੀ ਦੇ ਵਿੱਚ ਪਾਉਣਾ ਚਾਹੀਦਾ, ਉਹਨਾਂ 'ਤੇ ਅਮਲ ਕਰਨਾ ਚਾਹੀਦਾ, ਅਤੇ ਆਪਣੇ ਆਪ ਦੇ ਨਾਲ ਹੋਰਾਂ ਦਾ ਵੀ ਜੀਵਨ ਜਿਹੜਾ ਸਵਾਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਆ। ਧੰਨਵਾਦ ਜੀ।